ਜਿਹੜੇ ਬੱਚੇ ਨੇ +2 ਕੀਤੀ ਪਾਰਟਿਕੂਲਰ ਆਰਟਸ ਦੇ ਵਿੱਚ ਕੀਤੀ ਹੈ, ਭਾਰੇ ਸਬਜੈਕਟ ਨਹੀਂ ਰੱਖੇ ਹੋਏ ਉਹਨੇ, ਹਲਕੇ ਸਬਜੈਕਟ ਰੱਖੇ, ਕਿਉਂਕਿ ਇੱਥੇ ਵੀ ਪਰਸੈਂਟੇਜ ਦੇ ਚੱਕਰ 'ਚ ਬਹੁਤ ਸਾਰੇ ਬੱਚੇ ਇਹੀ ਗਲਤੀ ਕਰਦੇ ਨੇ ਕਿ ਭਲੇ ਹਲਕੇ ਹਲਕੇ ਸਬਜੈਕਟ ਰੱਖ ਲੈਂਦੇ ਆ। ਉਹਨਾਂ ਬੱਚਿਆਂ ਲਈ ਕੀ ਆਪਸ਼ਨ ਹੈ? ਸਭ ਤੋਂ ਜ਼ਿਆਦਾ ਜੋ ਪ੍ਰੋਬਲਮੈਟਿਕ ਏਰੀਆ ਆਉਂਦਾ ਹੈ ਆਰਟਸ ਵਾਲੇ ਦਾ ਆਉਂਦਾ ਹੈ ਐਂਡ ਰਿਫਿਊਜ਼ਲ ਜੋ ਹੈਗੀਆਂ ਨੇ, ਜੋ ਅਸੀਂ ਦੇਖਦੇ ਹਾਂ ਰੋਜ਼ਾਨਾ ਦੇ ਵਿੱਚ, ਅਗਰ 10 ਪ੍ਰੋਫਾਈਲਸ ਹੈਗੇ ਨੇ ਆਰਟਸ ਦੇ ਤਾਂ ਉਹਦੇ ਚੋਂ 9 ਦਾ ਰਿਫਿਊਜ਼ਲ ਆਉਂਦਾ ਹੈ, 1 ਦਾ ਵੀਜ਼ਾ ਆਉਂਦਾ ਆ। ਬਹੁਤ ਸਾਰੇ ਕੰਸਲਟੈਂਟ ਨਾਲ ਜਿਵੇਂ ਮੈਂ ਗੱਲ ਕਰਦੀ ਹਾਂ, ਉਹਨਾਂ ਕੋਲ ਇੱਕ ਪਾਰਟਿਕੂਲਰ ਕੋਰਸ ਹੈ ਜੀ, MBA ਦੇ ਦੋ। MBA ਸਾਰੇ ਜਣੇ ਕਰ ਸਕਦੇ ਆ, ਪਰ ਜਿਹਨੇ ਇੱਥੋਂ ਹੀ MBA ਕੀਤੀ ਹੋਈ ਹੈ ਉਹ ਠੀਕ ਹੈ, ਜੋ ਮਾਸਟਰ ਆਲਰੇਡੀ ਕਰੀ ਬੈਠਾ ਆ, ਇੱਕ ਚੀਜ਼ ਪੱਲੇ ਬੰਨ ਲਓ, ਤੁਸੀਂ ਜਿਹੜੀ ਚੀਜ਼ ਨੂੰ 4 ਸਾਲ ਲਗਾਤੇ, ਬੀਟੈਕ IT ਵਿੱਚ ਕੀਤੀ, ਉਹਦੇ ਵਿੱਚ ਅੱਗੇ ਸਪੈਸ਼ਲਾਈਜੇਸ਼ਨ ਨਹੀਂ ਹੈਗੀ, ਇੱਕ ਜਰਨਲ ਕੋਰਸ ਲੈ ਲਿਆ ਤਾਂ ਰਿਜੈਕਸ਼ਨ ਆਊਟ। ਸਤਿ ਸ਼੍ਰੀ ਅਕਾਲ ਜੀ, ਇਮੀਗ੍ਰੇਸ਼ਨ ਸਾਇੰਸ ਵਿਦ ਮਨਦੀਪ ਤੁਸੀਂ ਦੇਖ ਰਹੇ ਹੋ। ਮੈਂ ਆਸ ਕਰਦੀ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ। ਪ੍ਰੋਗਰਾਮ ਫਿਰ ਤੋਂ ਬਹੁਤ ਇਨਫੋਰਮੇਟਿਵ ਔਰ ਇੱਕ ਵਾਰ ਫਿਰ ਤੋਂ ਮੇਰੇ ਨਾਲ ਗੈਸਟ ਮੌਜੂਦ ਨੇ, ਨਾਲ ਨੇ ਸਪੇਅਰਹੈਡ ਇੰਟਰਨੈਸ਼ਨਲ ਤੋਂ ਮੈਡਮ ਡਿੰਪਲ ਵਰਮਾ ਜੀ। ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਵੈਲਕਮ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਠੀਕ ਠਾਕ ਹੋ? ਬਹੁਤ ਵਧੀਆ, ਤੁਸੀਂ ਦੱਸੋ? ਜੀ ਬਹੁਤ ਵਧੀਆ। ਸਾਡੇ ਨਾਲ ਤੁਸੀਂ ਜੁੜ ਸਕਦੇ ਹੋ, ਇਹਨਾਂ ਨੰਬਰਸ ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ। ਸਾਡੇ ਪਿਛਲੇ ਐਪੀਸੋਡਸ ਨੂੰ ਤੁਸੀਂ ਖੂਬ ਪਿਆਰ ਦਿੱਤਾ, ਭਰਮਾ ਹੁੰਗਾਰਾ ਦਿੱਤਾ, ਇਸ ਕਰਕੇ ਅਸੀਂ ਜਿਹੜੀ ਅਗਲੀ ਕੜੀ ਹੈ, ਅਗਲੀ ਕਿਸ਼ਤ ਹੈ ਲੈ ਕੇ ਹਾਜ਼ਰ ਹੋਏ ਹਾਂ। ਔਰ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਨਫੋਰਮੇਟਿਵ ਰਹੇਗਾ। ਹਮੇਸ਼ਾ ਵੈਸੇ ਇਨਫੋਰਮੇਸ਼ਨ ਹੀ ਦੇਈਦੀ ਇਸ ਪ੍ਰੋਗਰਾਮ ਦੇ ਤਹਿਤ। ਸੋ ਅੱਜ ਗੱਲ ਕਰਾਂਗੇ ਪਾਰਟਿਕੂਲਰ ਕਿਸੇ ਇੱਕ ਕੈਟਾਗਰੀ, ਇੱਕ ਸਟਰੀਮ ਲਾਈਨ ਨੂੰ ਫੋਕਸ ਨਹੀਂ ਕਰਾਂਗੇ, ਓਵਰਆਲ ਰਿਜੈਕਸ਼ਨ ਦੀ ਗੱਲ ਕਰਾਂਗੇ ਕਿ ਮੈਡਮ ਹੁਣਾਂ ਕੋਲ ਬਹੁਤ ਸਾਰੇ ਕੇਸਿਸ ਆਉਂਦੇ ਰਹਿੰਦੇ ਨੇ, ਫਰੈਸ਼ ਦੇ ਨਾਲ ਨਾਲ ਅਲੱਗ-ਅਲੱਗ ਤਰੀਕੇ ਦੀ ਪ੍ਰੋਫਾਈਲਸ ਹੁੰਦੀਆਂ ਨੇ। ਤਾਂ ਕਈ ਵਾਰੀ ਕੀ ਹੁੰਦਾ ਕਿ ਜਦੋਂ ਕੇਸ ਐਕਸਪਰਟ ਦੇ ਕੋਲ ਆਇਆ, ਉਹਨੇ ਫਾਈਲ ਚੱਕ ਕੇ ਕਹਿਤਾ ਕਿ ਯਾਰ ਇੰਨੀ ਜ਼ਿਆਦਾ ਮਿਸਗਾਈਡੈਂਸ ਮਾਰਕੀਟ ਦੇ ਵਿੱਚ ਹੈ ਨਾ, ਤਾਂ ਉਹ ਕਿਹੜੀਆਂ ਚੀਜ਼ਾਂ ਨੇ, ਕਿਹੜੇ ਪੈਰਾਮੀਟਰਸ ਦੇ ਉੱਪਰ ਤੁਸੀਂ ਇਹ ਆਧਾਰ ਕਰਦੇ ਜਦੋਂ ਤੁਹਾਡਾ ਰਿਐਕਸ਼ਨ ਨਿਕਲਦਾ ਇੰਨੇ ਵੱਡੇ ਪੱਧਰ ਤੇ ਮਿਸਗਾਈਡੈਂਸ ਹੋ ਸਕਦੀ ਹੈ ਤੇ ਸਟੂਡੈਂਟ ਗੱਲਾਂ ਦੇ ਵਿੱਚ ਆ ਕਿਵੇਂ ਸਕਦਾ, ਉਹ ਕਿਹੜੀਆਂ ਚੀਜ਼ਾਂ ਹੁੰਦੀਆਂ ਨੇ? ਦੇਖੋ, ਓਬਵੀਅਸਲੀ ਜਦ ਅਸੀਂ ਮਤਲਬ ਸਪੈਸ਼ਲੀ ਰਿਫਿਊਜ਼ਲ ਕੇਸਿਸ ਜੋ ਹੁੰਦੇ ਨੇ, ਰਿਫਿਊਜ਼ਲ ਕੇਸਿਸ ਵਾਲਾ ਬੱਚਾ ਸਾਡੇ ਕੋਲ ਆਉਂਦਾ ਆ ਤਾਂ ਅਸੀਂ ਹੈਰਾਨ ਹੋ ਰਹੇ ਹੁੰਦੇ ਆ ਕਿ ਇੰਨੇ ਵੱਡੇ ਬ੍ਰਾਂਡਸ ਤੋਂ ਉਹਨਾਂ ਨੇ ਫਾਈਲ ਲਗਵਾਈ ਹੁੰਦੀ ਹੈ, ਬਟ ਸਟਿਲ ਮਿਸਗਾਈਡੈਂਸ ਕਿਤੇ ਨਾ ਕਿਤੇ ਬੱਚੇ ਨੂੰ ਮਿਲਦੀ ਹੈ। ਠੀਕ ਹੈ, ਤਾਂ ਕੋਰਸਿਸ ਜਿਹੜੇ ਹੈਗੇ ਨੇ, +2 ਵਾਲਾ ਬੱਚਾ ਆ ਤਾਂ ਉਹਨੂੰ ਇੱਦਾਂ ਦੇ ਕੋਰਸਿਸ ਦਿੱਤੇ ਜਾਂਦੇ ਨੇ ਜਿੱਥੇ ਉਹਨਾਂ ਦੀ ਐਲੀਜੀਬਿਲਿਟੀ ਵੀ ਨਹੀਂ ਬਣ ਰਹੀ ਹੈਗੀ। ਠੀਕ ਹੈ, ਜਾਂ ਫਿਰ ਬੱਚੇ ਦੀ ਪ੍ਰੈਫਰੈਂਸ ਹੁੰਦੀ ਹੈ ਕਿ ਵੀਕ ਪ੍ਰੋਫਾਈਲ ਹੈ ਬਟ ਮੈਂ ਟੋਰਾਂਟੋ ਹੀ ਜਾਣਾ ਆ, ਤਾਂ ਬੱਚੇ ਨੂੰ ਨਹੀਂ ਗਾਈਡ ਕੀਤਾ ਜਾਂਦਾ ਕਿ ਟੋਰਾਂਟੋ ਬਰੈਂਪਟਨ ਵਿੱਚ ਤੇਰਾ ਵੀਜ਼ਾ ਆਉਣ ਦੇ ਚਾਂਸਸ ਜਿਹੜੇ ਹੈਗੇ ਨੇ ਘੱਟ ਨੇ, ਬਟ ਸਟਿਲ ਬੱਚੇ ਦੀ ਫਾਈਲ ਬਿਨਾਂ ਉਹਨੂੰ ਦੱਸੇ ਹੋਏ, ਉਹਨੂੰ ਬਿਨਾਂ ਗਾਈਡ ਕਰੇ ਹੋਏ ਕਿ ਕਿੱਥੇ ਪ੍ਰੋਫਾਈਲ ਦੇ ਸਕਸੈਸ ਰੇਟ ਦੇ ਜ਼ਿਆਦਾ ਚਾਂਸਸ ਨੇ, ਉਹ ਵੀਜ਼ਾ ਲਗਾ ਦਿੱਤਾ ਜਾਂਦਾ ਆ। ਠੀਕ ਹੈ, ਬੈਚਲਰ ਵਾਲਾ ਪ੍ਰੋਫਾਈਲ ਹੈ, ਉਹਨੂੰ UG ਪ੍ਰੋਗਰਾਮਸ ਦਿੱਤੇ ਹੋਏ ਨੇ, ਤਾਂ ਉਹਦੇ ਬਹੁਤ ਸਾਰੇ ਕੇਸਿਸ ਆਉਂਦੇ ਨੇ। ਮਾਸਟਰ ਵਾਲੇ ਪ੍ਰੋਗਰਾਮ ਨੂੰ ਰੈਪੂਟੇਸ਼ਨ, ਉਸੇ MBA ਕੀਤੀ ਹੋਈ MBA ਨੂੰ MBA ਫਿਰ ਦੁਬਾਰਾ ਕਰਨ ਲਈ ਲਗਾ ਦਿੰਦੇ ਨੇ। ਠੀਕ ਹੈ, ਰੈਲੇਵੈਂਟ ਐਕਸਪੀਰੀਅੰਸ ਨਹੀਂ ਮੈਚ ਕਰਦੇ ਹੈਗੇ, ਪ੍ਰੋਗਰੈਸ਼ਨ ਨਹੀਂ ਬੱਚੇ ਦਾ ਦੇਖਦੇ ਕਿ ਕਰੀਅਰ ਪ੍ਰੋਗਰੈਸ਼ਨ ਹੋ ਰਿਹਾ ਹੈ, ਜਿਹੜਾ ਕੋਰਸ ਲੈਣ ਜਾ ਰਿਹਾ ਆ ਉਹਨੂੰ SOP ਵਿੱਚ ਨਹੀਂ ਚੰਗੀ ਤਰੀਕੇ ਨਾਲ ਮੈਂਸ਼ਨ ਕੀਤਾ ਜਾਂਦਾ। ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ ਕਈ ਵੱਡੇ ਬ੍ਰਾਂਡਸ ਏਦਾਂ ਕਰਦੇ ਆ, ਇੱਕ ਬੰਨੇ ਵੱਡਾ ਬ੍ਰਾਂਡ ਹੈ, ਦੂਜੇ ਪਾਸੇ ਵੱਡਾ ਜਿਹੜਾ ਬ੍ਰਾਂਡ ਹੈ ਉਹ ਏਡੀ ਬਲੰਡਰ ਮਿਸਟੇਕ ਕਿਉਂ ਕਰ ਰਿਹਾ, ਉੱਥੇ ਕੀ ਦੀ ਕਮੀ ਮੰਨਦੇ ਹੋ ਤੁਸੀਂ? ਦੇਖੋ, ਉਹਦੇ ਵਿੱਚ ਇਸ਼ੂ ਇਹ ਆ ਜਾਂਦਾ ਹੈ ਕਿ ਵੱਡੇ ਬ੍ਰਾਂਡਸ ਵੱਡੇ ਬਣ ਚੁੱਕੇ ਨੇ ਕਿਉਂਕਿ ਇੱਕ ਪੁਆਇੰਟ ਤੇ ਉਹਨਾਂ ਨੇ ਬਹੁਤ ਅੱਛਾ ਕੰਮ ਕੀਤਾ, ਬਹੁਤ ਵਧੀਆ ਕੰਮ ਕੀਤਾ, ਜੋ ਗਰਾਊਂਡ ਲੈਵਲ ਤੇ ਲੋਕ ਸੀਗੇ ਜਿਨ੍ਹਾਂ ਨੇ ਉਹਨਾਂ ਨੂੰ ਉੱਪਰ ਉਚਾਈਆਂ ਤੇ ਪਹੁੰਚਾਇਆ। ਬਟ ਹੁਣ ਜੋ ਅਲਟੀਮੇਟਲੀ ਅੱਗੇ ਫਰੈਂਚਾਈਜ਼ੀਆਂ ਖੁੱਲ ਜਾਂਦੀਆਂ ਨੇ, ਫਰੈਂਚਾਈਜ਼ੀਜ਼ ਦੇ ਵਿੱਚ ਜੋ ਟੀਮਸ ਹੁੰਦੀਆਂ ਨੇ, ਅਗਰ ਲੋਕਲ ਟੀਮ ਹੈ, ਅਗਰ ਆਪਾਂ ਛੋਟੇ ਸ਼ਹਿਰ ਵਿੱਚ ਬੈਠੇ ਹਾਂ ਤਾਂ ਇੰਨੀ ਐਜੂਕੇਟਡ ਟੀਮ ਨਹੀਂ ਹੁੰਦੀ, ਉਹਨਾਂ ਦੀ ਟ੍ਰੇਨਿੰਗ ਸੈਸ਼ਨਸ ਬਹੁਤ ਫਰੀਕੁਐਂਟ ਨਹੀਂ ਹੋ ਪਾਉਂਦੇ। ਮਾਰਕੀਟ ਵਿੱਚ ਜਿਹੜੇ ਇੰਨੇ ਚੇਂਜਸ ਆ ਰਹੇ ਨੇ, ਐਲੀਜੀਬਿਲਿਟੀ ਕ੍ਰਾਈਟੇਰੀਆ ਕਿੱਥੇ ਬਣਦਾ ਪਿਆ ਆ, ਕਿਹੜੇ ਕੋਰਸਿਸ ਦੀ, ਕਿਹੜੇ ਕਾਲਜ ਦੀ, ਯੂਨੀਵਰਸਿਟੀ ਦੀ ਰੈਂਕਿੰਗ ਹਾਈ ਹੈ, ਤਾਂ ਲੈਕ ਆਫ ਟ੍ਰੇਨਿੰਗ ਕਰਕੇ ਵੱਡੇ ਬ੍ਰਾਂਡਸ ਦੀਆਂ ਜਿਹੜੀਆਂ ਅੱਗੇ ਦੂਰ ਦੁਰਾਡੇ ਫਰੈਂਚਾਈਜ਼ੀਜ਼ ਨੇ ਉਹ ਬੱਚਿਆਂ ਨੂੰ ਮਿਸਗਾਈਡ ਕਰਦੀਆਂ ਨੇ। ਠੀਕ ਹੈ, ਤਾਂ ਇਹ ਬਹੁਤ ਪ੍ਰੋਬਲਮੈਟਿਕ ਏਰੀਆ ਆ ਐਂਡ ਬਹੁਤ ਫਰੀਕੁਐਂਟਲੀ ਜਦ ਬੱਚਿਆਂ ਦੇ ਪ੍ਰੋਫਾਈਲ ਸਾਡੇ ਕੋਲ ਅਸੈਸਮੈਂਟ ਲਈ ਆਉਂਦੇ ਨੇ ਤਾਂ ਇਹ ਚੀਜ਼ ਸਾਨੂੰ ਦੇਖਣ ਲਈ ਮਿਲਦੀ ਹੈ। ਤਾਂ ਓਵਰਆਲ ਮਿਸਗਾਈਡੈਂਸ ਇਦਾਂ ਦੀਆਂ ਚੀਜ਼ਾਂ ਤਾਂ ਸਾਨੂੰ ਦੇਖਣ ਨੂੰ ਮਿਲਦੀਆਂ। ਹੁਣ ਅਸੀਂ ਕੁਝ ਇੱਕ ਪ੍ਰੋਫਾਈਲਸ ਨੂੰ ਜ਼ਰੂਰ ਡਿਸਕਸ ਕਰਾਂਗੇ ਕਿ ਕਿਹਨਾਂ ਨੂੰ ਫਿਰ ਕਿੱਦਾਂ ਦੇ ਕੋਰਸ ਚੁਣਨੇ ਚਾਹੀਦੇ। ਜਿੱਦਾਂ ਤੁਸੀਂ ਦੱਸਿਆ ਕਿ ਸੇਮ ਰੈਪੂਟੇਸ਼ਨ ਵਾਲੇ ਕੋਰਸ ਦੇ ਦਿੱਤੇ ਜਾਂ ਫਿਰ ਜਿੰਨੀ ਪੜ੍ਹਾਈ ਕੀਤੀ ਹੈ ਉਸ ਤੋਂ ਘੱਟ ਜਿਹੜਾ ਇੱਕ ਸਰਟੀਫਿਕੇਟ ਦਰਜੇ ਦਾ ਕੋਰਸ ਦੇ ਦਿੱਤਾ। ਆਪਾਂ ਕੁਝ ਇੱਕ ਕੈਟਾਗਰੀ ਨੂੰ ਡਿਵਾਈਡ ਕਰ ਲੈਂਦੇ ਹਾਂ, ਉਹਨਾਂ ਨੂੰ 1 by 1 ਆਪਾਂ ਸਟੈਪ ਬਾय ਸਟੈਪ ਕਾਊਂਟ ਕਰਨ ਦੀ ਕੋਸ਼ਿਸ਼ ਕਰਾਂਗੇ। ਸਭ ਤੋਂ ਪਹਿਲਾਂ ਆਪਾਂ +2 ਵਾਲੇ ਬੱਚੇ ਦੀ ਗੱਲ ਕਰਾਂਗੇ। ਜਿਹੜੇ ਬੱਚੇ ਨੇ +2 ਕੀਤੀ, ਪਾਰਟਿਕੂਲਰ ਆਰਟਸ ਦੇ ਵਿੱਚ ਕੀਤੀ ਹੈ, ਭਾਰੇ ਸਬਜੈਕਟ ਨਹੀਂ ਰੱਖੇ ਹੋਏ ਉਹਨੇ, ਹਲਕੇ ਸਬਜੈਕਟ ਰੱਖੇ, ਕਿਉਂਕਿ ਇੱਥੇ ਵੀ ਪਰਸੈਂਟੇਜ ਦੇ ਚੱਕਰ 'ਚ ਬਹੁਤ ਸਾਰੇ ਬੱਚੇ ਇਹੀ ਗਲਤੀ ਕਰਦੇ ਨੇ ਕਿ ਭਲੇ ਹਲਕੇ ਹਲਕੇ ਸਬਜੈਕਟ ਰੱਖ ਲੈਂਦੇ ਆ। ਉਹਨਾਂ ਬੱਚਿਆਂ ਲਈ ਕੀ ਆਪਸ਼ਨ ਹੈ? ਜੇਕਰ ਕੋਈ ਅੱਛਾ ਸਬਜੈਕਟ ਰੱਖ ਲੈਂਦਾ ਤਾਂ ਉਹਦੇ ਲਈ ਕਿੱਦਾਂ ਦੇ ਆਪਸ਼ਨਸ ਨੇ?
देखो अगर +2 ਦਾ ਬੱਚਾ ਸੌਰਟਡ ਹੈ, ਠੀਕ ਹੈ, ਮੈਡੀਕਲ ਵਾਲਾ ਬੱਚਾ ਸੌਰਟਡ ਹੈ ਕਿ ਹਾਂ ਮੈਂ ਅੱਗੇ ਨਰਸਿੰਗ 'ਚ ਜਾਣਾ ਹੈ ਜਾਂ ਹੈਲਥ ਐਡਮਿਨਿਸਟ੍ਰੇਸ਼ਨ ਦੇ ਪ੍ਰੋਗਰਾਮ 'ਚ ਜਾਣਾ ਆ, ਜੋ ਕਮਰਸ ਬੈਕਗਰਾਊਂਡ ਦਾ ਬੱਚਾ ਉਹਨੂੰ ਵੀ ਪਤਾ ਹੁੰਦਾ ਹੈ ਕਿ ਮੈਂ ਬੈਚਲਰਸ ਲੈਣੀ ਆ ਜਾਂ ਫਿਰ +2 ਲੈਵਲ ਮਤਲਬ ਡਿਪਲੋਮਾ ਹੀ ਅਗਰ ਲੈਣਾ ਆ ਤਾਂ 2 ਸਾਲ ਦਾ ਪ੍ਰੋਗਰਾਮ ਲੈਣਾ ਆ, ਤਾਂ ਮੇਰੀ ਸਪੈਸ਼ਲਾਈਜੇਸ਼ਨ ਜਾਂ ਤਾਂ ਅਕਾਊਂਟਿੰਗ ਹੋਗੀ, ਫਾਈਨਾਂਸ ਹੋਗੀ, HR ਹੋਗੀ, ਉਹ ਸਪੈਸ਼ਲਾਈਜੇਸ਼ਨ ਚੂਜ਼ ਕਰ ਲੈਂਦੇ ਨੇ। ਹੁਣ ਅਟਕ ਜਾਂਦਾ ਆ, ਫਸ ਜਾਂਦਾ ਆ ਆਰਟਸ ਵਾਲਾ ਬੱਚਾ, ਠੀਕ ਹੈ, ਸਭ ਤੋਂ ਜ਼ਿਆਦਾ ਜੋ ਪ੍ਰੋਬਲਮੈਟਿਕ ਏਰੀਆ ਆਉਂਦਾ ਹੈ ਆਰਟਸ ਵਾਲੇ ਦਾ ਆਉਂਦਾ ਆ। ਐਂਡ ਰਿਫਿਊਜ਼ਲ ਜੋ ਹੈਗੀਆਂ ਨੇ, ਜੋ ਅਸੀਂ ਦੇਖਦੇ ਹਾਂ ਰੋਜ਼ਾਨਾ ਦੇ ਵਿੱਚ, ਅਗਰ 10 ਪ੍ਰੋਫਾਈਲਸ ਹੈਗੇ ਨੇ ਆਰਟਸ ਦੇ ਤਾਂ ਉਹਦੇ ਚੋਂ 9 ਦਾ ਰਿਫਿਊਜ਼ਲ ਆਉਂਦਾ ਹੈ, 1 ਦਾ ਵੀਜ਼ਾ ਆਉਂਦਾ ਆ, ਠੀਕ ਹੈ, ਕਿਉਂਕਿ ਆਰਟਸ ਨੂੰ ਲੈ ਕੇ ਆਰਟਸ ਵਾਲਾ +2 ਦਾ ਬੱਚਾ ਆ, ਉਹਦੇ ਵਿੱਚ ਬਹੁਤ ਜ਼ਿਆਦਾ ਮਿਸਗਾਈਡੈਂਸ ਹੈ। ਬੱਚੇ ਨੂੰ ਵੀ ਕਿਤੇ ਨਾ ਕਿਤੇ ਹੁੰਦਾ ਆ, ਅੱਛੇ ਸਬਜੈਕਟ ਨਹੀਂ ਲਏ ਹੁੰਦੇ ਹੈਗੇ, ਉਹਨੂੰ ਹੁੰਦਾ ਕਿ ਮੈਂ ਜ਼ਿਆਦਾ ਨਹੀਂ ਪੜ੍ਹਨਾ ਹੈਗਾ, ਤੇ ਤਾਂ ਕਰਕੇ ਉਹ ਸਬਜੈਕਟ ਵੀ ਐਵੇਂ ਦੇ ਰੱਖਦਾ ਆ। ਅਗਰ ਆਪਾਂ ਨੇ ਆਰਟਸ ਵਿਦ ਮੈਥਸ ਲਿਆ ਆ ਜਾਂ ਇਕਨੋਮਿਕਸ ਆਪਾਂ ਨੇ ਸਾਈਡ ਤੇ ਸਬਜੈਕਟ ਰੱਖ ਲਿਆ ਆ, ਤਾਂ ਫਿਰ ਵੀ ਅੱਛੇ ਆਪਾਂ ਨੂੰ ਅੱਗੇ ਸਟੱਡੀ ਆਪਸ਼ਨਸ ਮਿਲ ਜਾਂਦੇ ਨੇ। ਬਟ ਆਪਾਂ ਉਹੀ ਰਹਿੰਦੇ ਖੁੰਦੇ ਹਿਸਟਰੀ ਲੈ ਲਿਆ, ਇੰਗਲਿਸ਼ ਪੰਜਾਬੀ ਹੋ ਗਿਆ ਜਾਂ ਪੋਲੀਟੀਕਲ ਸਾਇੰਸ ਲੈ ਲਿਆ, ਐਵੇਂ ਦੇ ਸਬਜੈਕਟਸ ਅਗਰ ਈਜ਼ੀ ਪੀਜ਼ੀ ਰੱਖੇ ਹੋਏ ਨੇ ਆਪਾਂ ਨੇ, ਤਾਂ ਫਿਰ ਕੋਰਸ ਸਿਲੈਕਸ਼ਨ 'ਚ ਪ੍ਰੋਬਲਮ ਆਉਂਦੀ ਹੈ। ਹੁਣ ਬੱਚਾ ਅੜ ਜਾਂਦਾ ਹੈ ਕਿ ਮੈਂ ਇਹੀ ਲੋਕੇਸ਼ਨ ਤੇ ਜਾਣਾ ਆ, ਇਸੇ ਲੋਕੇਸ਼ਨ ਤੇ ਜਾਣਾ ਕਿਉਂਕਿ ਮੇਰਾ ਉੱਥੇ ਮਾਮਾ ਚਾਚਾ ਤਾਇਆ ਜਾਂ ਦੀਦੀ ਬੈਠੀ ਹੈ, ਮੈਂ ਉਹਦੇ ਕੋਲ ਹੀ ਜਾਣਾ ਆ। ਫਿਰ ਜਦ ਲੋਕੇਸ਼ਨ ਤੇ ਅੜਦਾ ਹੈ ਤਾਂ ਫਿਰ ਏਜੰਟਸ ਕੀ ਕਰਦੇ ਨੇ ਕਿ ਉਸ ਲੋਕੇਸ਼ਨ ਤੇ ਜਿਹੜਾ ਵੀ ਕੋਰਸ ਪਿਆ ਆ, ਹੋਟਲ ਮੈਨੇਜਮੈਂਟ ਬੋਲ ਦਿੰਦੇ ਨੇ ਬੱਚੇ ਨੂੰ, अर्ਲੀ ਚਾਈਲਡਹੁੱਡ ਬੋਲ ਦਿੰਦੇ ਨੇ, ਠੀਕ ਹੈ, ਤਾਂ ਜੋ ਜਿਹਦੇ ਵਿੱਚ ਉਹਦਾ ਬਣਦਾ ਹੀ ਨਹੀਂ ਪਿਆ, ਐਲੀਜੀਬਿਲਟੀ ਹੀ ਨਹੀਂ ਬਣਦੀ ਪਈ ਆਰਟਸ ਵਾਲੇ ਬੱਚੇ ਦੀ, ਉਹਨੇ ਪਿੱਛੇ ਕੋਈ ਕੀਤਾ ਹੀ ਨਹੀਂ ਹੋਇਆ ਮੈਨੇਜਮੈਂਟ ਦਾ, ਉਹਨੇ ਆਰਟਸ ਵਾਲੇ ਬੱਚੇ ਨੇ ਕੁਝ ਵੀ ਨਹੀਂ ਕੀਤਾ ਹੋਇਆ, ਬਟ ਸਟਿਲ ਆਪਾਂ ਨੂੰ ਹੋਟਲ ਮੈਨੇਜਮੈਂਟ ਦੇ ਰਹੇ ਹਾਂ, HR ਵਰਗੇ ਕੋਰਸਿਸ ਦੇ ਰਹੇ ਹਾਂ, ਠੀਕ ਹੈ, ਤਾਂ ਉੱਥੇ ਬਹੁਤ ਪ੍ਰੋਬਲਮ ਆ ਜਾਂਦੀ ਹੈ, ਉਹ ਚੀਜ਼ ਆ ਜਾਂਦੀ ਹੈ। ਐਂਡ ਇਵੈਂਚੁਅਲੀ ਫਿਰ ਜਦ ਕੋਰਸ ਗਲਤ ਹੈ ਤਾਂ ਫਿਰ ਕੀ ਆਊਗਾ, ਕੀ ਆਪਾਂ ਐਕਸਪੈਕਟ ਕਰ ਰਹੇ ਹਾਂ, ਰਿਜੈਕਸ਼ਨ ਹੀ ਆਊਗੀ। ਕੋਰਸ ਗਲਤ ਕਰਕੇ ਅਗਰ ਆਪਾਂ ਸੋਚ ਰਹੇ ਹਾਂ ਕਿ ਮੈਨੂੰ ਵੀਜ਼ਾ ਮਿਲ ਜਾਵੇ, ਵੀਜ਼ਾ ਆਫਿਸਰ ਬੇਵਕੂਫ ਨਹੀਂ ਬੈਠਾ, ਠੀਕ ਹੈ, ਉਹ ਦੇਖੇਗਾ ਕਿ ਬੱਚੇ ਨੇ ਸੋਚ ਸਮਝ ਕੇ ਕੋਰਸ ਚੂਜ਼ ਕੀਤਾ ਜਾਂ ਨਹੀਂ ਕੀਤਾ, ਉਹਦੀ ਅੱਗੇ ਪ੍ਰੋਗਰੈਸ਼ਨ ਬਣ ਰਹੀ ਹੈ ਸਟੱਡੀ ਲਈ, ਸਟੱਡੀ ਤੋਂ ਬਾਅਦ ਉਹ ਕੁਝ ਕਰ ਪਾਊਗਾ ਉੱਥੇ ਕੈਨੇਡਾ ਦੇ ਵਿੱਚ ਜਾਂ ਨਹੀਂ ਕਰ ਪਾਊਗਾ। ਤੇ ਜੇ ਕੋਰਸ ਗਲਤ ਹੈ 110% ਤੁਹਾਡੀ ਰਿਜੈਕਸ਼ਨ ਹੀ ਆਣੀ ਹੈ ਗਲਤ ਕੋਰਸ ਤੋਂ ਬਾਅਦ। ਯੂ ਕੈਨ ਨਾਟ ਐਕਸਪੈਕਟ ਦੀ ਵੀਜ਼ਾ ਫਰਮ ਦਾ ਵੀਜ਼ਾ ਆਫਿਸਰ। ਠੀਕ ਹੈ, ਸੋ ਜਿਹੜੀ ਆਪਣੀ ਪ੍ਰੋਫਾਈਲ ਹੈ ਉਹਦੇ ਵਿੱਚ ਪ੍ਰੋਗਰੈਸ਼ਨ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਹੈ। ਇਹ ਤਾਂ ਰਹੀ ਚਲੋ +2 ਵਾਲੇ ਬੱਚੇ ਦੀ ਗੱਲ, ਖਾਸ ਤੌਰ ਤੇ ਆਰਟਸ ਵਾਲੇ ਬੱਚੇ ਦੀ ਗੱਲ। ਬਹੁਤ ਸਾਰੇ ਸਟੂਡੈਂਟਸ ਇਦਾਂ ਦੇ ਨੇ ਜਿਹੜੇ ਬੈਚਲਰਸ ਕਰ ਲਈ, ਮਾਸਟਰਸ ਵੀ ਕਰ ਲੈਂਦੇ ਨੇ, B.Ed ਕਰ ਲੈਂਦੇ ਆ। ਆਮ ਤੌਰ ਤੇ ਜਿੱਦਾਂ ਆਪਣੇ ਇੰਡੀਆ ਦਾ ਟ੍ਰੈਂਡ ਹੈਗਾ B.Ed ਜਾਂ B.Ped, ਜਿਹੜੇ ਬੈਚਲਰਸ ਦੇ ਪ੍ਰੋਗਰਾਮ ਨੇ, ਗ੍ਰੈਜੂਏਸ਼ਨ ਕੰਪਲਸਰੀ ਹੈ, ਉਹਨਾਂ ਲੋਕਾਂ ਨੂੰ ਕਿੱਦਾਂ ਦੇ ਪ੍ਰੋਗਰਾਮ ਲੈਣੇ ਚਾਹੀਦੇ ਆ? ਇਹਦੇ ਵਿੱਚ BA ਵਾਲੇ ਬੱਚਿਆਂ ਦਾ ਵੀ ਇਸ਼ੂ ਆਉਂਦਾ ਆ, ਅਗਰ ਅੱਛੇ ਸਬਜੈਕਟਸ ਨਹੀਂ ਹੈਗੇ, ਸਪੈਸ਼ਲਾਈਜੇਸ਼ਨ ਕੋਈ ਨਹੀਂ ਪਕੜੀ ਹੋਈ, ਮੈਥਸ ਵਗੈਰਾ ਇਕਨੋਮਿਕਸ ਇਦਾਂ ਦੇ ਸਬਜੈਕਟਸ ਨਹੀਂ ਹੈਗੇ, ਤਾਂ BA ਵਾਲੇ ਬੱਚਿਆਂ ਨੂੰ ਵੀ ਸੇਮ ਹੀ ਇਸ਼ੂ ਆਉਂਦਾ ਹੈ, ਕਿਉਂਕਿ ਜ਼ਿਆਦਾਤਰ ਕੰਸਲਟੈਂਟਸ HR ਬੋਲ ਦਿੰਦੇ ਨੇ ਕਿ HR ਕਰ ਲਓ, ਜਾਂ ਫਿਰ ਕਿਆ ਨਾਮ ਹੈ ਕੁਝ ਵੀ ਮਤਲਬ ਲਾਈਕ ਜੋ ਰੈਲੇਵੈਂਸੀ ਨਹੀਂ ਬਣ ਰਹੀ ਉੱਦਾਂ ਦਾ ਪ੍ਰੋਗਰਾਮ ਉਹਨੂੰ ਦੇ ਦਿੰਦੇ ਨੇ। ਹੁਣ B.Ed ਵਾਲੇ ਦੀ ਅਗਰ ਗੱਲ ਕਰੀਏ ਤਾਂ B.Ed ਵਾਲੇ ਨੂੰ ਵੀ ਜਾਂ ਤਾਂ ਕਹਿ ਦਿੰਦੇ ਨੇ MBA ਕਰ ਲਓ ਜਾਂ ਫਿਰ HR ਕਰ ਲਓ, ਠੀਕ ਹੈ, ਮਤਲਬ ਇੱਕ ਤੁੱਕੇ ਚੱਲ ਰਹੇ ਨੇ ਕਿ ਇੱਕ ਪ੍ਰੋਪਰ ਡਾਇਰੈਕਸ਼ਨ ਨਾਲ ਬੱਚੇ ਨੂੰ ਗਾਈਡ ਹੀ ਨਹੀਂ ਕੀਤਾ ਜਾਂਦਾ। ਹੁਣ B.Ed ਵਾਲੇ ਦਾ ਕੀ ਬਣਦਾ ਹੈ, ਐਕਚੁਅਲ ਵਿੱਚ ਤੁਸੀਂ ਬੈਚਲਰ ਆਫ ਐਜੂਕੇਸ਼ਨ ਆਲਰੇਡੀ ਇੰਡੀਆ ਵਿੱਚ ਕਰੀ ਬੈਠੇ ਹੋ, ਤੇ ਅਗਰ ਤੁਸੀਂ ਹੁਣ ਕੈਨੇਡਾ ਨੂੰ ਦੁਬਾਰਾ ਚੇਸ ਕਰਨਾ ਚਾਹ ਰਹੇ ਹੋਗੇ, ਅਸੀਂ ਅੱਗੇ ਪੜ੍ਹਨਾ ਆ, ਤਾਂ B.Ed ਵਾਲਾ ਬੱਚਾ ਜਾਂ ਤਾਂ M.Ed ਟਾਰਗੇਟ ਕਰੇ, ਮਾਸਟਰ ਆਫ ਐਜੂਕੇਸ਼ਨ ਅਗਰ ਟਾਰਗੇਟ ਕਰ ਰਿਹਾ ਆ ਤਾਂ ਫਿਰ ਉਹਦੇ ਵੀਜ਼ਾ ਚਾਂਸਸ ਜਿਹੜੇ ਹੈਗੇ ਨੇ ਅੱਛੇ ਨੇ। ਹੁਣ ਅਗਰ ਮਾਸਟਰ ਆਫ ਐਜੂਕੇਸ਼ਨ 'ਚ ਪ੍ਰੋਬਲਮ ਹੈ, ਕਿਉਂਕਿ ਮਾਸਟਰ ਆਫ ਐਜੂਕੇਸ਼ਨ ਆਪਾਂ ਤਾਂ ਲੈ ਰਹੇ ਹਾਂ ਕਿ ਅਲਟੀਮੇਟਲੀ ਆਪਾਂ ਨੇ ਦਿਖਾਣਾ ਹੈ ਕਿ ਮੈਂ ਐਕਸਪਰਟੀਜ਼ ਜਿਹੜੀ ਹੈਗੀ ਮੈਂ ਇੱਕ ਬਹੁਤ ਵਧੀਆ ਟੀਚਰ ਬਣਨਾ ਆ, ਠੀਕ ਹੈ, ਇਸ ਲਈ ਮੈਂ M.Ed ਆਪਣੀ ਚੂਜ਼ ਕਰਨਾ ਚਾਹ ਰਿਹਾ ਹਾਂ, ਠੀਕ ਹੈ, ਤਾਂ SOP ਵਿੱਚ ਉਹਦੀ ਜਸਟੀਫਿਕੇਸ਼ਨ ਇਸ ਤਰੀਕੇ ਨਾਲ ਹੋਊਗੀ। ਬਟ ਅਗਰ ਹੁਣ ਤੁਸੀਂ ਮੈਨੇਜਮੈਂਟ ਲੈ ਰਹੇ ਹੋ ਤਾਂ ਫਿਰ ਇਹ ਕਹਿ ਰਹੇ ਹੋ ਕਿ ਥੋੜੀ ਜਿਹੀ ਸਿਗਨੀਫਿਕੈਂਟ ਗਰੋਥ ਮੈਨੂੰ ਸੈਲਰੀ ਵਿੱਚ ਚਾਹੀਦੀ ਹੈ, ਐਜ਼ ਅ ਟੀਚਰ ਇੱਥੇ ਜ਼ਿਆਦਾ ਮੈਨੂੰ ਨਹੀਂ ਮਿਲ ਰਿਹਾ ਹੈਗਾ, ਪੈਕੇਜ ਨਹੀਂ ਮਿਲ ਰਿਹਾ ਹੈ, ਮੈਂ ਪਰੇਸ਼ਾਨ ਹਾਂ, ਵਟਸੋਐਵਰ ਇਜ਼ ਦਾ ਰੀਜ਼ਨ, ਤਾਂ ਤੁਸੀਂ SOP ਵਿੱਚ ਅਗਰ ਮੈਨੇਜਮੈਂਟ ਵੀ ਅਗਰ ਲੈ ਰਹੇ ਹੋ B.Ed ਤੋਂ ਬਾਅਦ, ਤਾਂ ਤੁਹਾਡਾ ਅਲਟੀਮੇਟ ਗੋਲ ਇਹ ਦਿਖਣਾ ਚਾਹੀਦਾ ਹੈ, ਗੋਲ ਕਿ ਮੈਂ ਵਾਪਸ ਆ ਕੇ ਕੋਈ ਆਪਣਾ ਸਕੂਲ ਖੋਲਣਾ ਹੈ ਆਪਣੀ ਲੋਕੈਲਿਟੀ ਦੇ ਵਿੱਚ, ਕੋਈ ਆਪਣੇ ਪਿੰਡ ਵਿੱਚ, ਕੋਈ ਆਪਣੇ ਸ਼ਹਿਰ ਦੇ ਵਿੱਚ, ਮੈਂ ਆਪਣਾ ਸਕੂਲ ਅਲਟੀਮੇਟ ਗੋਲ ਖੋਲਣਾ ਚਾਹੁੰਦਾ ਹੈ, ਠੀਕ ਹੈ। ਉਹ ਚੀਜ਼ ਜਦ ਤੱਕ ਸ਼ਾਰਟ ਟਰਮ ਗੋਲ ਐਂਡ ਲੌਂਗ ਟਰਮ ਗੋਲ ਥੋੜੇ ਨਹੀਂ ਦਿਖਣਗੇ ਕਿ ਅਗਲੇ ਇੰਸਟੈਂਟਲੀ ਜਦ ਮੈਂ ਸਟੱਡੀ ਕੈਨੇਡਾ ਦੀ ਕਰਨ ਤੋਂ ਬਾਅਦ ਵਾਪਸ ਆ ਕੇ ਇੰਸਟੈਂਟਲੀ ਅਗਲੇ 2 ਸਾਲਾਂ ਵਿੱਚ 4 ਸਾਲਾਂ ਵਿੱਚ ਮੇਰੇ ਕੀ ਪਲਾਨਸ ਹੋਣਗੇ, ਉਹ ਲੇਆਊਟ ਕਰਕੇ ਤੁਸੀਂ SOP ਵਿੱਚ ਨਹੀਂ ਲਿਖੋਗੇ। ਉਸ ਤੋਂ ਇਲਾਵਾ ਅਗਲੇ ਲੌਂਗ ਰਨ ਵਿੱਚ 10 ਸਾਲਾਂ ਵਿੱਚ ਮੇਰੇ ਕੀ ਪਲਾਨਸ ਨੇ, ਮੈਂ 10 ਸਾਲਾਂ ਵਿੱਚ ਆਪਣੀ ਜੋ ਜਰਨੀ ਹੈ ਕਿੱਥੇ ਦੇਖ ਰਹੀ ਹਾਂ ਜਾਂ ਕਿੱਥੇ ਦੇਖ ਰਿਹਾ ਹਾਂ, ਉਹ ਚੀਜ਼ਾਂ ਜਦ ਤੱਕ ਇਲੈਬੋਰੇਟ SOP ਵਿੱਚ ਨਹੀਂ ਹੋਣਗੀਆਂ, ਕੋਰਸ ਰੈਲੇਵੈਂਸੀ ਤੇ ਪ੍ਰੈਜ਼ੈਂਟ ਵਿੱਚ ਜੋ ਤੁਹਾਡਾ ਐਕਸਪੀਰੀਅੰਸ ਐਂਡ ਜੋ ਅਗਲਾ ਜੋ ਕੋਰਸ ਆਪਾਂ ਉਹਨੂੰ ਕਨੈਕਟ ਨਹੀਂ ਕਰਾਂਗੇ, ਤਦ ਤੱਕ ਵੀਜ਼ਾ ਨਹੀਂ ਆਏਗਾ। ਰਾਈਟ, ਆਪਾਂ ਤੁਹਾਨੂੰ ਇਹ ਨਹੀਂ ਕਹਿੰਦੇ ਹੈਗੇ ਵੀ ਹੁਣ ਕਈ ਸਟੂਡੈਂਟਸ ਨਾ ਕਮੈਂਟ ਕਰਨਗੇ ਕਿ ਇੰਨੀਆਂ ਚੀਜ਼ਾਂ ਸਾਨੂੰ ਪਹਿਲਾਂ ਕਲੀਅਰ ਨਹੀਂ ਹੁੰਦੀਆਂ, ਵੀ ਪਤਾ ਨਹੀਂ ਹੈਗਾ ਵੀ ਆਉਣ ਵਾਲੇ ਟਾਈਮ 'ਚ ਕਿਵੇਂ ਕੀ ਕਰਨਾ ਹੈ। ਪਰ ਹਾਂ, ਇੱਕ ਚੀਜ਼ ਜ਼ਰੂਰ ਹੈਗੀ ਹੈ ਕਿ ਚਾਹੇ ਤੁਹਾਨੂੰ ਕਲੀਅਰ ਨਹੀਂ ਹੈ, ਬਟ ਫਿਰ ਵੀ ਤੁਹਾਨੂੰ ਕੁਛ ਨਾ ਕੁਛ ਇੱਕ ਰਫ ਐਂਡ ਟਫ ਤੁਹਾਨੂੰ ਆਪਣਾ ਜਿਹੜਾ ਮੋਟਿਵ ਹੈ ਉਹ ਕਲੀਅਰ ਕਰਨਾ ਜ਼ਰੂਰੀ ਹੋਏਗਾ SOP ਦੇ ਰਾਹੀਂ, ਕਿ ਕਰਨਾ ਕੀ ਹੈ। ਹੋ ਸਕਦਾ ਤੁਹਾਡੇ ਸਮੇਂ ਟੂ ਸਮੇਂ ਪਲਾਨਸ ਚੇਂਜ ਹੋ ਜਾਣ, ਇਹੀ ਕੈਨੇਡਾ ਆ
ਜਿਹੜਾ ਸਟੱਡੀ ਵੀਜ਼ਾ ਤੋਂ ਬਾਅਦ ਤੁਹਾਨੂੰ PSW ਵੀ ਦਿੰਦਾ ਹੈ, ਤੁਹਾਨੂੰ PR ਵੀ ਦਿੰਦਾ ਹੈ, ਤੇ ਬਟ ਕੈਨੇਡਾ ਇੱਕ ਵਾਰੀ ਤੁਹਾਡੇ ਤੋਂ ਰੀਜ਼ਨ ਜ਼ਰੂਰ ਮੰਗਦਾ ਹੈ ਕਿ ਤੁਸੀਂ ਵਾਪਸ ਆ ਕੇ ਕੀ ਕਰਨਾ ਹੈ, ਤਾਂ ਤੁਹਾਨੂੰ ਉਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਉਹਨਾਂ ਨੂੰ ਆਨਸਰ ਜ਼ਰੂਰ ਕਰਨਾ ਪੈਗਾ। ਇੱਥੇ ਮੈਂ ਪੁਆਇੰਟ ਐਡ ਕਰਨਾ ਚਾਹਾਂਗੀ, ਬੱਚਾ ਇੰਨਾ ਅਵੇਅਰ ਨਹੀਂ ਹੈਗਾ। ਜੇ ਸਟੂਡੈਂਟ ਅਵੇਅਰ ਹੁੰਦਾ, +2 ਵਾਲਾ ਬੱਚਾ ਅਵੇਅਰ ਹੁੰਦਾ, ਜੇ ਬੈਚਲਰ ਵਾਲਾ ਬੱਚਾ ਅਵੇਅਰ ਹੁੰਦਾ, ਤਾਂ ਆਪਣੀ ਫਾਈਲ ਖੁਦ ਲਗਾ ਲੈਂਦੇ, ਫਿਰ ਉਹ ਕਿਸੇ ਕੰਸਲਟੈਂਟ ਨੂੰ ਜਾਂ ਏਜੰਟ ਨੂੰ ਕਿਉਂ ਫੜਦੇ, ਠੀਕ ਹੈ। ਅਗੇਨ ਵੱਡੇ ਵੱਡੇ ਬ੍ਰਾਂਡਸ ਨੇ, ਬਟ ਦੇ ਸਟਿਲ ਡੋਂਟ ਹੈਲਪ ਦ ਸਟੂਡੈਂਟ ਵਿਦ ਦ SOP। ਜੋ ਇੱਕ ਕੰਸਲਟੈਂਟ ਹੈ ਜਿਹਨੇ ਮੇਜਰ ਆਊਟਪੁੱਟ, ਮਤਲਬ ਨਾਟ ਆਊਟਪੁੱਟ, ਇਨਪੁਟ ਜੋ ਦੇਣੀ ਹੁੰਦੀ ਹੈ ਆਪਣੀ ਇੱਕ ਮੇਜਰ, ਉਹਨੇ ਕੋਰਸ ਸਿਲੈਕਸ਼ਨ ਦੇ ਵਿੱਚ ਦੇਣੀ ਹੁੰਦੀ ਹੈ, ਬੱਚੇ ਨੂੰ ਨੱਜ ਕਰਨਾ ਹੁੰਦਾ ਹੈ ਕਿ ਇੱਧਰ ਨਹੀਂ ਭਰਾ, ਇੱਧਰ ਨੂੰ ਚੱਲ, ਤੇਰਾ ਇੱਧਰ ਵੀਜ਼ਾ ਆਣਾ ਆ, ਠੀਕ ਹੈ। ਤਾਂ ਹਾਂ ਵਿੱਚ ਹਾਂ ਨਹੀਂ ਮਿਲਾਣੀ ਹੁੰਦੀ ਕਿ ਹਾਂ ਜਿੱਥੇ ਤੂੰ ਚਾਹਨਾ ਟੋਰਾਂਟੋ ਚਾਹਨਾ ਕੋਈ ਨਹੀਂ, ਰਿਜੈਕਸ਼ਨ ਆ ਜਾਏ ਕੋਈ ਨਾ, ਮੇਰੇ ਤਾਂ ਪੈਸੇ ਜਿਹੜੇ ਬਣਨੇ ਨੇ ਮੈਂ ਬਣਾ ਹੀ ਲੈਣੇ ਨੇ। ਤੁਹਾਡੀ ਖਰਾਬ ਹੋਣੀ ਹੈ, ਲੋਕੇਸ਼ਨ ਨੂੰ ਲੈ ਕੇ ਸਟਕ ਨਾ ਰਿਹਾ ਕਰੋ, ਕੋਰਸ ਨੂੰ ਲੈ ਕੇ ਸਟਕ ਨਾ ਰਿਹਾ ਕਰੋ। ਐਗਜ਼ੈਕਟਲੀ ਠੀਕ ਹੈ। ਤੁਸੀਂ ਰੈਂਕਿੰਗ ਲਈ ਅੜੋ, ਨਾ ਕਿ ਲੋਕੇਸ਼ਨ ਨੂੰ ਲੈ ਕੇ ਅੜੋ। ਸਮਝੋ ਕੰਸਲਟੈਂਟ ਦੀ ਗੱਲ ਨੂੰ ਸਮਝੋ, ਐਂਡ ਮੋਰ ਓਵਰ ਜੋ ਇੱਕ ਮੇਜਰ ਇਨਪੁਟ ਕੰਸਲਟੈਂਟ ਨੇ ਦੇਣੀ ਹੈ, ਉਹ SOP ਦੇ ਵਿੱਚ ਦੇਣੀ ਹੁੰਦੀ ਹੈ ਕਿ SOP ਬੱਚੇ ਦੀ ਗ੍ਰਾਫ ਹਾਈ ਕਿੱਦਾਂ ਜਾ ਰਿਹਾ ਆ, ਉਹ ਲਿਖੇ। ਬਟ ਵੱਡੇ ਵੱਡੇ ਬ੍ਰਾਂਡਸ ਨੇ ਜਾਂ ਬਹੁਤ ਸਾਰੀ ਜਨਤਾ ਆ, ਜਾਂ ਤਾਂ ਬੱਚੇ ਨੂੰ ਝੂਠ ਬੋਲ ਦਿੰਦੇ ਨੇ ਕਿ ਜੀ SOP ਦੇ ਟਾਈਮ ਤੇ 30,000 ਰੁਪਇਆ 50,000 ਰੁਪਇਆ ਸਾਨੂੰ ਦੋ, ਸੀ ਕੈਨੇਡਾ ਦੇ ਲਾਇਰ ਤੋਂ SOP ਲਿਖਵਾਵਾਂਗੇ ਤੁਹਾਡੀ। ਉਹ ਸਾਰੀਆਂ ਚੀਜ਼ਾਂ ਬਕਵਾਸ ਨੇ, ਠੀਕ ਹੈ। ਤਾਂ SOP ਦੇ ਟਾਈਮ ਤੇ ਕੰਸਲਟੈਂਟ ਨੇ ਖੁਦ ਅਗਰ ਅਵੇਅਰ ਹੋਊਗਾ, ਅਗਰ ਐਜੂਕੇਟਡ ਹੋਊਗਾ, ਤਾਂ ਹੀ ਉਹ ਇਨਪੁਟ ਦੇ ਸਕਦਾ ਹੈ, SOP ਵਧੀਆ ਲਿਖਵਾ ਸਕਦਾ ਹੈ ਜਾਂ ਲਿਖ ਸਕਦਾ ਆ, ਠੀਕ ਹੈ। ਤੇ ਕੈਨੇਡਾ ਤੋਂ ਕੋਈ ਪੇਸਟ ਵਾਲਾ ਕੰਮ ਬਿਲਕੁਲ ਨਹੀਂ ਚੱਲੂਗਾ। ਐਗਜ਼ੈਕਟਲੀ ਪਲੈਜਰਿਜ਼ਮ ਤਾਂ ਤੁਸੀਂ ਚਲਾ ਹੀ ਨਹੀਂ ਸਕਦੇ। AI ਨੇ ਪਹਿਲਾਂ ਹੀ ਪਲੈਜਰਿਜ਼ਮ ਚੱਕ ਕੇ ਉਹਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ 2 ਦਿਨ ਚ ਰਿਜੈਕਸ਼ਨ ਮਾਰ ਦੇਣੀ ਹੈ। ਰਾਈਟ, ਸੋ ਉਹ ਚੀਜ਼ ਤਾਂ ਤੁਸੀਂ ਬਿਲਕੁਲ ਨਹੀਂ ਕਰਨੀ। ਹੁਣ ਆਪਾਂ ਤੀਜੀ ਕੈਟਾਗਰੀ ਦੀ ਗੱਲ ਕਰਦੇ ਹਾਂ, ਉਹਨਾਂ ਲੋਕਾਂ ਦੀ ਜਿਨ੍ਹਾਂ ਨੇ MEd ਕਰ ਲਈ, MBA ਕਰ ਲਈ। ਮੇਰਾ ਮਤਲਬ ਓਵਰਆਲ ਮੈਂ ਸਾਰੀ ਮਾਸਟਰਸ ਜਿਹੜੀ ਸਟਰੀਮਸ ਆ ਉਹਨਾਂ ਨੂੰ ਕੈਪਚਰ ਕਰਨਾ ਚਾਹੂੰਗੀ। ਕਿਸੇ ਵੀ ਸਟਰੀਮ 'ਚ ਮਾਸਟਰਸ ਕਰ ਲਈ, ਹੁਣ ਉਹ ਕੀ ਕਰੇ? ਬਹੁਤ ਸਾਰੇ ਕੰਸਲਟੈਂਟ ਨਾਲ ਜਿਵੇਂ ਮੈਂ ਗੱਲ ਕਰਦੀ ਹਾਂ, ਉਹਨਾਂ ਕੋਲ ਇੱਕ ਪਰਟੀਕੂਲਰ ਕੋਰਸ ਹੈ ਜੀ, MBA ਦੇ ਦਿਓ। MBA ਸਾਰੇ ਜਣੇ ਕਰ ਸਕਦੇ ਆ, ਪਰ ਜਿਹਨੇ ਇੱਥੋਂ ਹੀ MBA ਕੀਤੀ ਹੋਈ ਹੈ ਉਹ ਕੀ ਕਰੇ? ਹਾਂ, ਇਹ ਬਹੁਤ ਵੱਡਾ ਕੁਐਸਚਨ ਮਾਰਕ ਹੈ ਇਸ ਚੀਜ਼ ਤੇ। ਬਹੁਤ ਵਧੀਆ ਕੁਐਸਚਨ ਹੈ, ਠੀਕ ਹੈ। ਜੋ ਮਾਸਟਰ ਆਲਰੇਡੀ ਕਰੀ ਬੈਠਾ ਆ, ਇੱਕ ਚੀਜ਼ ਪੱਲੇ ਬੰਨ ਲਓ, ਅਗਰ ਰੈਪੂਟੇਸ਼ਨ ਆਫ ਐਜੂਕੇਸ਼ਨ, ਮਤਲਬ ਜੋ ਸਟੱਡੀ ਆਪਾਂ ਪਹਿਲਾਂ ਇੰਡੀਆ ਦੇ ਵਿੱਚ ਬੈਠ ਕੇ ਕਰ ਰਹੇ ਹਾਂ, ਉਹੀ ਚੀਜ਼ ਜੇ ਆਪਾਂ ਪੜਨ ਲਈ ਜਾਵਾਂਗੇ ਤਾਂ ਵੀਜ਼ਾ ਨਹੀਂ ਮਿਲੂਗਾ। ਕਿਉਂਕਿ ਉਹ ਕਹਿਣਗੇ ਕਿ ਤੁਸੀਂ ਜਿਹੜੀ ਚੀਜ਼ ਨੂੰ 4 ਸਾਲ ਲਗਾਤੇ, BTech IT ਵਿੱਚ ਕੀਤੀ, ਉਹਦੇ ਵਿੱਚ ਅੱਗੇ ਸਪੈਸ਼ਲਾਈਜੇਸ਼ਨ ਨਹੀਂ ਹੈਗੀ, ਇੱਕ ਜਰਨਲ ਕੋਰਸ ਲੈ ਲਿਆ, ਤਾਂ ਰਿਜੈਕਸ਼ਨ ਆਊਗੀ। ਤਾਂ ਰੈਪੂਟੇਸ਼ਨ ਆਫ ਐਜੂਕੇਸ਼ਨ ਐਂਡ ਰੈਪੂਟੇਸ਼ਨ ਆਫ ਐਕਸਪੀਰੀਅੰਸ, ਅਗਰ ਸਾਡਾ ਜੋ ਐਕਸਪੀਰੀਅੰਸ ਹੈ ਉਹੀ ਸੇਮ ਚੀਜ਼ ਉਸੇ ਲੈਵਲ ਦਾ ਅਗਰ ਆਪਾਂ ਕੋਰਸ ਕਰਨ ਜਾਵਾਂਗੇ, ਮੈਨੂੰ 10 ਸਾਲ ਹੋ ਗਏ ਮੈਂ HR ਕਰ ਰਹੀ ਹਾਂ ਇੱਥੇ, ਤੇ HR ਦਾ ਹੀ ਮੈਂ PG ਡਿਪਲੋਮਾ ਉੱਥੇ ਲੈ ਕੇ ਵੀਜ਼ਾ ਆਫਿਸਰ ਕੋਲ ਫਾਈਲ ਲਗਾਤੀ, ਤਾਂ ਆਬਵੀਅਸਲੀ ਰਿਜੈਕਸ਼ਨ ਆਊਗੀ। ਸੋ ਇੱਕ ਸਟੈਪ ਆਪਾਂ ਨੂੰ ਉੱਪਰ ਜਾਣਾ ਹੁੰਦਾ ਆ। ਐਡਵਾਂਸ ਲੈਵਲ ਦਾ ਜਦ ਤੱਕ ਪ੍ਰੋਗਰਾਮ ਨਹੀਂ ਹੋਊਗਾ, ਅਗਰ MBA ਆਪਾਂ ਕਰੀ ਬੈਠੇ ਹਾਂ ਆਲਰੇਡੀ, ਤਾਂ ਉਸ ਤੋਂ ਬਾਅਦ ਵੀ ਐਂਟਰਪ੍ਰੀਨਿਓਰਸ਼ਿਪ ਦੇ ਪ੍ਰੋਗਰਾਮ ਨੇ। ਐਂਟਰਪ੍ਰੀਨਿਓਰਸ਼ਿਪ ਤੋਂ ਇਲਾਵਾ ਇੰਟਰਨੈਸ਼ਨਲ ਬਿਜ਼ਨਸ ਮੈਨੇਜਮੈਂਟ ਹੈ, ਗਲੋਬਲ ਬਿਜ਼ਨਸ ਮੈਨੇਜਮੈਂਟ ਹੈ, ਸਟ੍ਰੈਟੇਜਿਕ ਗਲੋਬਲ ਬਿਜ਼ਨਸ ਮੈਨੇਜਮੈਂਟ ਹੈ। ਜਦ ਤੱਕ ਇੱਕ ਸਟੈਪ ਨਹੀਂ ਉੱਪਰ ਚੱਕਾਂਗੇ, ਐਂਡ ਜਾਂ ਫਿਰ ਅਗਰ ਮਤਲਬ BTech ਵਗੈਰਾ ਕੀਤੀ ਹੋਈ ਹੈ ਆਪਾਂ ਨੇ ਕਿਸੇ ਵੀ ਏਰੀਆ ਦੇ ਵਿੱਚ, ਉਹਦੇ ਵਿੱਚ ਵੀ ਸਪੈਸੀਫਿਕ ਕੋਰਸ ਨਹੀਂ ਲਵਾਂਗੇ, ਸਪੈਸ਼ਲਾਈਜੇਸ਼ਨ ਨਹੀਂ ਚੂਜ਼ ਕਰਾਂਗੇ ਏਰੀਆ ਨੂੰ, ਤਾਂ ਫਿਰ ਰਿਜੈਕਸ਼ਨ ਆਊਗੀ ਹੀ ਆਊਗੀ। ਰਿਪੀਟ ਜਿਹੜੀ ਚੀਜ਼ ਤੇ ਤੁਸੀਂ 5 ਸਾਲ ਲਗਾਏ ਨੇ, ਉਹੀ ਸਟੱਡੀ ਤੁਸੀਂ ਕਰਨ ਜਾ ਰਹੇ ਹੋ, ਜਿਹੜੀ ਚੀਜ਼ ਤੇ ਤੁਸੀਂ 5 ਸਾਲ ਐਕਸਪੀਰੀਅੰਸ ਜਿਹਦਾ ਤੁਸੀਂ ਗੇਨ ਕਰ ਲਿਆ, ਫਿਰ ਉਹੀ ਚੀਜ਼ ਪੜਨ ਲਈ ਜਾ ਰਹੇ ਹੋ, ਤਾਂ ਵੀਜ਼ਾ ਆਫਿਸਰ ਵੀਜ਼ਾ ਨਹੀਂ ਦਊਗਾ। ਰਾਈਟ, ਸੋ ਇਹਨਾਂ ਚੀਜ਼ਾਂ ਨੂੰ ਬਿਲਕੁਲ ਵੀ ਡਿਨਾਈ ਨਾ ਕਰਿਓ, ਜਿਹੜੀਆਂ ਚੀਜ਼ਾਂ ਤੁਹਾਨੂੰ ਦੱਸ ਰਹੇ ਹਾਂ। ਬਾਕੀ ਤੁਹਾਡੇ ਮਨ 'ਚ ਕੋਈ ਵੀ ਸਵਾਲ ਹੈ, ਕੁਐਸਚਨ, ਤੁਸੀਂ ਆਪਣਾ ਸਾਨੂੰ ਪੁੱਛ ਸਕਦੇ ਹੋ, ਕਮੈਂਟ ਸੈਕਸ਼ਨ ਅਵੇਲੇਬਲ ਹੈਗਾ। ਬਾਕੀ ਤੁਸੀਂ ਮੋਹਾਲੀ 3B2 ਦੇ ਵਿੱਚ ਸਪੇਅਰ ਹੈਡ ਇੰਟਰਨੈਸ਼ਨਲ ਦਾ ਆਫਿਸ ਹੈ, ਤੁਸੀਂ ਉੱਥੇ ਆ ਕੇ ਵੀ ਮੁਲਾਕਾਤ ਕਰ ਸਕਦੇ ਹੋ, ਡਿੰਪਲ ਮੈਮ ਦੇ ਨਾਲ ਵੀ ਔਰ ਅਭਿਸ਼ੇਕ ਸਰ ਦੇ ਨਾਲ ਵੀ। ਇਸ ਤੋਂ ਇਲਾਵਾ ਮੈਂ ਐਡ ਕਰਨਾ ਚਾਹੂੰਗੀ, ਜਿਹੜੇ ਬੱਚੇ ਆਲਰੇਡੀ BEd ਇੱਥੋਂ ਕਰੇ ਬੈਠੇ ਨੇ, ਅਗਰ MEd ਨਹੀਂ ਵੀ ਲੈਣੀ, ਤਾਂ ਤੁਸੀਂ ਇੱਕ ਪ੍ਰੋਗਰਾਮ ਅਵੇਲੇਬਲ ਹੈ, ਇੰਗਲਿਸ਼ ਐਜ਼ ਅ ਸੈਕੰਡਰੀ ਲੈਂਗੁਏਜ। ਤੁਸੀਂ ਉਹਦੇ ਟੀਚਰ ਬਣ ਸਕਦੇ ਹੋ, ESL ਦੇ ਟੀਚਰ। ਬੇਸਿਕਲੀ ਆਪਾਂ ਉੱਥੇ ਇੰਗਲਿਸ਼ ਪੜ੍ਹਾ ਰਹੇ ਹਾਂ, 8th ਤੁਸੀਂ ਕਰ ਸਕਦੇ ਹੋ। ਐਜੂਕੇਸ਼ਨਲ ਲੀਡਰਸ਼ਿਪ ਦੇ ਪ੍ਰੋਗਰਾਮਸ ਹੈਗੇ ਨੇ ਤੁਹਾਡੇ ਕੋਲ। ਇਸ ਤੋਂ ਇਲਾਵਾ E-ਲਰਨਿੰਗ ਦੇ ਵੀ ਪ੍ਰੋਗਰਾਮਸ ਰਹਿੰਦੇ ਨੇ। ਤਾਂ ਜੋ ਅਗਰ ਆਪਾਂ ਮਾਸਟਰ ਅਫੋਰਡ ਨਹੀਂ ਕਰ ਸਕਦੇ ਕਿਸੇ ਵੀ ਰੀਜ਼ਨ ਕਰਕੇ, ਜਾਂ ਮਾਸਟਰ ਆਫ ਐਜੂਕੇਸ਼ਨ ਨਹੀਂ ਟਾਰਗੇਟ ਕਰਨਾ ਚਾਹੁੰਦੇ, ਤਾਂ ਇਹ ਡਿਪਲੋਮਾ ਪ੍ਰੋਗਰਾਮਸ ਹੈਗੇ ਨੇ, ਬਟ ਸਟਿਲ ਇਹ ਬੈਚਲਰ ਤੋਂ ਉੱਪਰਲੇ ਲੈਵਲ ਦੇ ਨੇ, PG ਡਿਪਲੋਮਾਸ ਰਹਿੰਦੇ ਨੇ, ਤੁਸੀਂ ਇਹ ਡੈਫੀਨਿਟਲੀ ਕਰ ਸਕਦੇ ਹੋ। ਠੀਕ ਹੈ, ਅੱਛੇ ਆਪਸ਼ਨਸ ਨੇ, ਅੱਛੇ ਪ੍ਰੋਗਰਾਮ ਹੈ। ਔਰ ਕੈਨੇਡਾ ਦੀ ਇਹ ਸਟ੍ਰੈਟਜੀ ਇਹਨਾਂ ਦਿਨਾਂ ਚੱਲ ਰਹੀ ਕਿ ਜਿੰਨਾ ਤੁਸੀਂ ਯੂਨੀਕ ਪ੍ਰੋਗਰਾਮ ਲਾਓਗੇ, ਤੁਹਾਡੀ ਪ੍ਰੋਫਾਈਲ ਨਾਲ ਰਿਲੇਵੈਂਸੀ ਵਾਲਾ ਲਾਓਗੇ, ਉਹਨਾਂ ਹੀ ਤੁਹਾਡੇ ਸਕਸੈਸ ਰੇਟ ਦੇ ਜਿਹੜੇ ਚਾਂਸਸ ਹੈ ਕਿਤੇ ਨਾ ਕਿਤੇ ਇਨਹੈਂਸ ਹੋ ਜਾਣਗੇ। ਨੰਬਰਸ ਤੁਹਾਡੇ ਨਾਲ ਅਸੀਂ ਸਾਂਝੇ ਕਰ ਰਹੇ ਹਾਂ। ਕੋਈ ਵੀ ਗੱਲ ਕਰਨਾ ਚਾਹ ਰਹੇ ਹੋ ਸਾਡੇ ਨਾਲ, ਤੁਸੀਂ ਜੁੜ ਸਕਦੇ ਹੈਗੇ ਹੋ। ਸਾਰੀ ਕੈਟਾਗਰੀ ਨੂੰ ਟਾਰਗੇਟ ਕਰਨਾ ਹੈ। ਪੋਲੀਟੈਕਨੀਕਲ ਵਾਲੇ ਬੱਚਿਆਂ ਨੂੰ ਬਿਲਕੁਲ ਨਹੀਂ ਮੈਂ ਭੁੱਲੂੰਗੀ। ਬੱਚੇ ਅਕਸਰ ਡਿਪਲੋਮਾ ਕਰ ਲੈਂਦੇ ਨੇ ਪੋਲੀਟੈਕਨੀਕਲ ਦਾ।
ਉਹਨਾਂ ਬੱਚਿਆਂ ਦਾ ਕੀ ਸਕੋਪ ਹੈ, ਉਹਨਾਂ ਨੂੰ ਕਿੱਦਾਂ ਦੀ ਫਰਦਰ ਐਜੂਕੇਸ਼ਨ ਵਾਸਤੇ ਜਾ ਸਕਦੇ ਨੇ ਉਹ? ਪੋਲੀਟੈਕਨਿਕ ਵਿੱਚ ਬੱਚੇ ਨੇ +2 ਤੋਂ ਬਾਅਦ ਮਤਲਬ ਲਾਈਕ 10th ਤੋਂ ਬਾਅਦ ਅਗਰ +2 ਨਹੀਂ ਕੀਤੀ, +2 ਸਕਿਪ ਕਰਕੇ ਬੱਚਾ ਪੋਲੀਟੈਕਨਿਕ ਦਾ ਡਿਪਲੋਮਾਸ ਕਰ ਲੈਂਦੇ ਨੇ। ਤੋ ਇਹ ਜੇ ਜੋ ਡਿਪਲੋਮਾਸ ਕੀਤੇ ਹੋਏ ਨੇ ਇਹਦੇ ਵਿੱਚ ਮਤਲਬ ਹੁੰਦੀ ਉਹਦੀ ਜੋ ਵੈਲਿਊ ਨੂੰ ਮਿਲਦੀ ਹੈ +2 ਲੈਵਲ ਦੀ ਹੀ ਮਿਲਦੀ ਹੈ, ਬਟ ਸਟਿਲ ਉਸ ਤੋਂ ਬਾਅਦ ਵੀ ਪੋਲੀਟੈਕਨਿਕ ਦੇ ਡਿਪਲੋਮਾ ਤੋਂ ਬਾਅਦ 7-7 8-8 ਸਾਲ ਦੇ ਗੈਪ ਤੋਂ ਬਾਅਦ ਵੀ ਆਪਾਂ ਨੇ ਕੋਰਸ ਰੈਲੇਵੈਂਸੀ ਤੇ SOP ਦੇ ਸਿਰ ਤੇ ਬੱਚਿਆਂ ਦਾ ਵੀਜ਼ਾ ਕਰਵਾਇਆ ਹੋਇਆ, ਠੀਕ ਹੈ। ਆਰਾਮ ਨਾਲ 1 ਗੋ ਚ ਫਸਟ ਗੋ ਵਿੱਚ ਵੀਜ਼ਾ ਨਿਕਲਿਆ ਹੋਇਆ, ਠੀਕ ਹੈ। ਤਾਂ ਉਹਦੇ ਵਿੱਚ ਕੋਰਸ ਰੈਲੇਵੈਂਸੀ ਦੀ ਇੰਪੋਰਟੈਂਸ ਆ ਜਾਂਦੀ ਹੈ। तो अगर आप ऑलरेडी 3 साल का डिप्लोमा करी बैठे हैं किसी पर्टिकुलर फील्ड विच या कंप्यूटर साइंस कह लो कि कंप्यूटर साइंस का आप डिप्लोमा पॉलीटेक्निक कर लिया आ, उस तो बाद अगर आप स्पैशलाइजेशन टारगेट नहीं करते, सेम लैवल का +2 लैवल का UG लैवल का ही अगर तुम डिप्लोमा रखोगे तो हो सकता है वीज़ा थोड़ा ना आवे, बट एक स्टैप अगे ਵਧਾਓਗੇ या स्पैशलाइजेशन टारगेट करोगे, आर्टिफिशियल इंटैलीजेंस हो गया, डेटा साइंस है, साइबर सिक्योरिटी है, वायरलैस नैटवर्किंग है, एवें दे बहुत सारे प्रोग्राम्स अवेलेबल ने जिथे भी थोड़ी एलिजिबिलिटी बनती है ਉਹਨੂੰ टारगेट करोगे तो डेफिनेटली वीज़ा चांसेस ਜਿਹੜੇ ਹੈਗੇ ਨੇ ਤੁਹਾਡੇ ਬਹੁਤ ਜ਼ਿਆਦਾ ਹਾਈ ਹੋ ਜਾਣਗੇ। ਠੀਕ ਹੈ। 8 ਤੋਂ 10 ਸਾਲ ਦਾ ਜਿਨ੍ਹਾਂ ਦਾ ਗੈਪ ਹੈ ਉਹਨਾਂ ਦਾ ਵੀਜ਼ਾ ਕਿਵੇਂ ਨਿਕਲ ਸਕਦਾ ਹੈ? ਐਡਵਰਟਾਈਜ਼ਮੈਂਟ ਆਪਾਂ ਦੇਖਦੇ ਹਾਂ ਬਹੁਤ ਵੱਡੇ ਪੱਧਰ ਤੇ ਹੁੰਦੀ ਹੈ, ਜਿੱਦਾਂ ਤੁਸੀਂ ਵੀ ਹੁਣੇ ਜ਼ਿਕਰ ਕੀਤਾ। ਖੈਰ ਤੁਹਾਡੇ ਤੇ ਤਾਂ ਮੈਂ ਵਿਸ਼ਵਾਸ ਕਰ ਸਕਦੀ ਹਾਂ ਕਿ ਤੁਸੀਂ ਵੀਜ਼ਾ ਵਾਕਿਆ ਲੈਂਦੇ ਹੋ। ਉਹਨਾਂ ਬੱਚਿਆਂ ਦਾ ਕਿਵੇਂ ਵੀਜ਼ਾ ਲੈ ਕੇ ਦਿੰਦੇ ਹੋ? देखो जो प्रोफैशनल गैप जिहदा आ जांदा है, बैचलर की हुई है, मास्टर की हुई है, उस तो बाद 10-10 साल का गैप हैगा, 15 साल का गैप हैगा, 18 साल का 17 साल का गैप हैगा आ, तो यह जा जो केस है प्रोफैशनल असी केस काउंट करते हैं, क्योंकि मार्केट जो ज़्यादातर बिल्ट है वो +2 के बच्चों के हिसाब नाल बिल्ट है, वही जो 4 डॉक्यूमेंट्स लगाने ने वो लगाते, बट जो बैचलर जिन्हें की हुई है उस तो बाद मतलब 30+ तुसीं हैगे हो, 35+ हैगे हो, तो उस तो बाद अगर आपने वीज़ा फैच करना है तो एक ही चीज़ है जिन्ना वीज़ा फैच होगा, कोर्स रेलेवेंसी ते अगर वर्क करोगे, करियर प्रोग्रेशन ते अगर वर्क करोगे, वही करियर प्रोग्रेशन आपने अल्टीमेटली SOP च प्रूव करनी है कि साडा ग्राफ हुण तक जो भी असी किता, स्टडी जो की, एक्सपीरियंस जो लिया, ग्राफ ऊपर ही जा रहा है, जो भी मेरी लाइफ में हो रहा है, तो मैं अल्टीमेटली खुश हाँ, बट जो एक्सपोनेंशियल ग्रोथ मैनू लाइफ में चाहिए है वो अगे दा नेक्स्ट लेवल जो कोर्स है उन्होंने चूज करके होएगा, ठीक है। तो ਉਹਦੇ ਵਿੱਚ ਦੇਖਿਆ ਜਾਂਦਾ ਹੈ ਹੁਣ ਕੀ ਪ੍ਰੋਫਾਈਲ ਹੈ ਬੱਚੇ ਦਾ, ਉਹਦੇ ਅਕੋਰਡਿੰਗਲੀ ਅਸੀਂ ਰეკਮੈਂਡੇਸ਼ਨ ਦਿੰਦੇ ਆ ਕਿ ਸਪੈਸ਼ਲਾਈਜੇਸ਼ਨ ਲੈਣੀ ਹੈ ਜਾਂ ਫਿਰ ਮੈਨੇਜਮੈਂਟ ਲੈਣੀ ਹੈ, MBA ਲੈਣੀ ਹੈ, ਤਾਂ ਹਰ ਪ੍ਰੋਫਾਈਲ ਦਾ ਡਿਫਰੈਂਟ ਰਹਿੰਦਾ ਆ। ਉਹ ਐਲਗੋਰਿਦਮ ਅਸੀਂ ਲਗਾਵਾਂਗੇ ਤੁਹਾਡੇ ਪ੍ਰੋਫਾਈਲ ਤੇ ਵੀਜ਼ਾ ਅਸੈਸ ਕਰਕੇ ਤੁਹਾਨੂੰ ਦਵਾਂਗੇ। ਇਹ ਨਹੀਂ ਹੈ ਕਿ ਤੁਸੀਂ ਸਾਡੀ ਵੀਡੀਓ ਦੇਖ ਕੇ ਇੰਨੇ ਹੁਸ਼ਿਆਰ ਹੋ ਜਾਓ ਕਿ ਖੁਦ ਹੀ ਅਪਲਾਈ ਕਰ ਦੋ, ਉਹ ਕੰਮ ਕਰਿਆ ਵੀ ਗੱਲ ਨਹੀਂ ਬਣਨੀ ਹੈਗੀ। ਤੁਹਾਨੂੰ ਸਪੇਅਰ ਹੈਡ ਨਾਲ ਰਾਬਤਾ ਕਾਇਮ ਕਰਨਾ ਪਏਗਾ, ਕਿਉਂਕਿ ਅਸੀਂ ਓਵਰਆਲ ਤੁਹਾਨੂੰ ਉਤਲੀਆਂ ਚੀਜ਼ਾਂ ਦੱਸ ਸਕਦੇ ਹਾਂ। ਕੁਝ ਟੈਕਨੀਕਲ ਗੱਲਾਂ ਹੁੰਦੀਆਂ ਨੇ ਜਿਹੜੀ ਔਨ ਟੇਬਲ ਬਹਿ ਕੇ ਔਨ ਪ੍ਰੋਫਾਈਲ ਟੂ ਪ੍ਰੋਫਾਈਲ ਚੀਜ਼ਾਂ ਵੈਰੀ ਕਰਦੀਆਂ, ਉਹ ਡਿਟੇਲ 'ਚ ਜਾਣਕਾਰੀ ਚਾਹਣੀ ਹੈ, ਉਹਦੇ ਲਈ ਤੁਹਾਨੂੰ ਸਪੇਅਰ ਹੈਡ ਦੇ ਆਫਿਸ ਆਉਣਾ ਪਏਗਾ। ਠੀਕ ਹੈ ਜੀ, ਡਨ ਹੈ। ਨੈਕਸਟ ਜਿਹੜਾ ਮੇਰਾ ਕੁਐਸਚਨ ਹੈ ਉਹ ਇਹ ਹੈ, ਡਾਕਟਰੀ ਵਾਲੇ ਜਿਹੜੇ ਕੈਂਡੀਡੇਟਸ ਨੇ ਉਹਨਾਂ ਦੀ ਬਹੁਤ ਆਪਾਂ ਰਿਜੈਕਸ਼ਨ ਦੇਖਦੇ ਹਾਂ। ਸਟੂਡੈਂਟਸ ਨੇ LLB ਕੀਤੀ ਹੁੰਦੀ ਹੈ, ਉਸ ਤੋਂ ਬਾਅਦ ਜੇ ਫਰਦਰ ਪਲਾਨ ਕਰਦੇ ਨੇ ਕਿ ਜਾਣਾ ਹੈ ਕੈਨੇਡਾ, ਖਾਸ ਤੌਰ ਤੇ ਆਪਾਂ ਟਾਰਗੇਟ ਕਰਦੇ ਹਾਂ ਕੈਨੇਡਾ ਜਾਣਾ ਹੈ, ਉਹਨਾਂ ਨੂੰ ਕਿਹੜੇ ਪ੍ਰੋਗਰਾਮਸ ਜਿਹੜੇ ਆ ਦੇਖਣੇ ਪੈਂਦੇ ਨੇ? ਇਹਦੇ ਵਿੱਚ ਜੋ ਹੈ ਅਗੇਨ ਕੋਰਸ ਰੈਲੇਵੈਂਸੀ ਦਾ ਬਹੁਤ ਜ਼ਿਆਦਾ ਇਸ਼ੂ ਆ ਜਾਂਦਾ ਆ। ਇਵਨ ਕੱਲ ਹੀ ਮੇਰੇ ਕੋਲ ਕੋਇਨਸੀਡੈਂਟਲੀ ਕੇਸ ਆਇਆ ਜਿਹਦੇ ਵਿੱਚ ਡਾਕਟਰ ਸੀਗੇ, ਉਹਨਾਂ ਦਾ ਜੋ ਸਾਰਾ ਪ੍ਰੋਫੈਸ਼ਨਲ ਐਕਸਪੀਰੀਅੰਸ ਸੀਗਾ ਉਹਦੇ ਵਿੱਚ ਸੀਗਾ, ਬਟ ਉਹਨੂੰ ਜੋ ਕੋਰਸ ਉਹਨਾਂ ਨੂੰ ਦਿੱਤਾ ਹੋਇਆ ਸੀਗਾ ਉਹ ਨਰਸਿੰਗਸ ਜਿਹਦੇ ਨਰਸਿਸ ਨੇ ਜੋ ਉਹ ਐਲੀਜੀਬਲ ਨੇ, ਉਹ ਵਾਲਾ ਕੋਰਸ ਉਹਨਾਂ ਨੂੰ ਦਿੱਤਾ ਹੋਇਆ ਸੀ। ਐਂਡ obviously ਫਿਰ ਕੀ ਹੋਣਾ ਸੀਗਾ, ਡਾਕਟਰ ਤੇ ਨਰਸਿੰਗ ਚ ਫਰਕ ਤਾਂ ਹੈ ਹੀ ਨਾ। ਐਗਜ਼ੈਕਟਲੀ, obviously ਤੁਸੀਂ ਡਾਕਟਰ ਜਿਹਨੇ ਸਟੱਡੀ ਕੀਤੀ ਹੋਈ ਹੈ ਉਹਨੂੰ ਤੁਸੀਂ ਨਰਸਿਸ ਵਾਲਾ ਕੋਰਸ ਦਿੱਤਾ ਹੋਇਆ ਤਾਂ ਫਿਰ ਵੀਜ਼ਾ ਨਹੀਂ ਆਏਗਾ। ਐਂਡ ਸੇਮ ਗੋਜ਼ ਵਿਦ ਲਾਇਰਸ ਦਾ ਪ੍ਰੋਫਾਈਲ ਹੈ, ਬੈਚਲਰਸ ਕੀਤੀ ਹੋਈ ਹੈ, ਤੁਸੀਂ LLB ਕੀਤੀ ਹੋਈ ਹੈ, ਠੀਕ ਹੈ। ਤਾਂ ਉਸ ਤੋਂ ਬਾਅਦ ਅਗਰ ਤੁਸੀਂ ਪੈਰਾਲੀਗਲ ਦੇ ਪਿੱਛੇ ਪੈ ਜਾਓਗੇ, ਪੈਰਾਲੀਗਲ ਜੋ ਹੈ ਕੈਨੇਡਾ ਦੇ ਵਿੱਚ ਕੋਰਸਿਸ ਅਵੇਲੇਬਲ ਨੇ, ਉਹ UG ਲੈਵਲ ਹੀ ਅਵੇਲੇਬਲ ਹੈ, ਅੰਡਰ ਗ੍ਰੈਡ ਹੈ, ਮਤਲਬ ਕਿ ਉਹ +2 ਲੈਵਲ ਦਾ ਕੋਰਸ ਹੈ। ਅਗਰ ਆਪਾਂ ਬੈਚਲਰ ਕਰਨ ਤੋਂ ਬਾਅਦ LLB ਵਿੱਚ ਇੰਨਾ ਟਾਈਮ ਲਗਾਉਣ ਤੋਂ ਬਾਅਦ ਅਗਰ ਆਪਾਂ ਵਾਪਸ +2 ਲੈਵਲ ਦੇ ਕੋਰਸ ਨੂੰ ਚੂਜ਼ ਕਰਾਂਗੇ ਤਾਂ डेफिनेटली वीजा नहीं आएगा, ठीक है। तो पैरालीगल वाल नहीं जाना, उस ਉਹਦੇ ਵਿੱਚ लॉ मास्टर्स प्रोग्राम्स ਹੁੰਦੇ ਨੇ लॉ ਦੇ ਵਿੱਚ, ਤੁਸੀਂ ਉਹ ਟਾਰਗੇਟ ਕਰੋ, ਉਹਦੇ ਵਿੱਚ ਵੀਜ਼ਾ ਨਿਕਲੇਗਾ ਤੁਹਾਡਾ, ਜਾਂ ਫਿਰ ਸੋਸ਼ਲ ਜਸਟਿਸ ਦੇ ਪ੍ਰੋਗਰਾਮਸ ਨੇ, ਠੀਕ ਹੈ। ਜਾਂ ਫਿਰ ਬਹੁਤ ਸਾਰੇ ਬੱਚੇ ਆਉਂਦੇ ਨੇ ਕਿ ਸਾਨੂੰ ਫਲਾਣੇ ਕੰਸਲਟੈਂਟ ਨੇ LLB ਤੋਂ ਬਾਅਦ HRM ਦਾ ਪ੍ਰੋਗਰਾਮ ਦਿੱਤਾ, तो वो चीज़ जस्टिफाई नहीं होएगी। तो अगे अगेन सेम डायरेक्शन विच एलिजिबिलिटी भी मैच करनी चाहिए थोड़ी, प्लस कोर्स सिलेक्शन थोड़ी बहुत ज़्यादा इंपॉर्टेंट है। तो प्रोफेशनल जो केसेस ने कोर्स अगर चजदा नहीं होगा तो वीज़ा ग्रांट नहीं होगा। ठीक है।
ਸਾਰੇ ਸਟਰੀਮ ਫੋਕਸ ਕਰਾਂਗੇ ਅੱਜ ਇਸ ਪ੍ਰੋਗਰਾਮ ਦੇ ਤਹਿਤ। ਬੀਐਸਸੀ ਵਾਲੇ ਬੱਚਿਆਂ ਨੂੰ ਬਿਲਕੁਲ ਵੀ ਇਗਨੋਰ ਨਹੀਂ ਕਰ ਸਕਦੇ ਅਸੀਂ। ਬੀਐਸਸੀ ਕੀਤੀ ਹੈ ਚਾਹੇ ਮੈਥਮੈਟਿਕਸ, ਸਭ ਦਾ ਨੰਬਰ ਲੱਗੇਗਾ ਅੱਜ, ਸਭ ਦਾ ਨੰਬਰ ਲੱਗੇਗਾ। ਮੈਥਮੈਟਿਕਸ ਰੱਖਿਆ ਹੈ ਜਾਂ ਫਿਰ ਚਾਹੇ ਬਹੁਤ ਸਾਰੇ ਬੱਚੇ ਜਿਨ੍ਹਾਂ ਨੇ ਬਾਇਓ ਸਬਜੈਕਟ ਜਿਹੜਾ ਆ ਨਾਲ ਆਪਣੇ ਬੀਐਸਸੀ 'ਚ ਰੱਖਿਆ, ਉਹਨਾਂ ਬੱਚਿਆਂ ਦੇ ਲਈ ਕਿੱਦਾਂ ਦੇ ਪ੍ਰੋਗਰਾਮਸ ਅਵੇਲੇਬਲ ਨੇ? ਜੋ ਮੈਥ ਜਿਨ੍ਹਾਂ ਦਾ ਬੈਚਲਰਸ ਦੇ ਵਿੱਚ ਮੈਥ ਹੈਗਾ ਆ, ਬੀਐਸਸੀ ਵਿਦ ਮੈਥ ਹੈਗੀ ਆ, ਤਾਂ ਉਹ ਤਾਂ ਡੈਫੀਨਿਟਲੀ ਡੇਟਾ ਸਾਇੰਸ ਦੇ ਵਿੱਚ ਜਾਣ। ਡੇਟਾ ਸਾਇੰਸ ਅਗਰ ਲੈਣਗੇ ਤਾਂ ਵੀਜ਼ਾ ਨਿਕਲਿਆ ਆਏਗਾ। ਐਂਡ ਉਸ ਤੋਂ ਇਲਾਵਾ ਜੋ ਬੀਐਸਸੀ ਜਿਹਦੇ ਵਿੱਚ ਜਰਨਲ ਸਬਜੈਕਟਸ ਹੁੰਦੇ ਨੇ ਤੁਹਾਡੇ, ਬਾਇਓਟੈਕਨੋਲੋਜੀ ਹੈ, ਮਾਈਕਰੋਬਾਇਓਲੋਜੀ ਹੈ, এনवायरमेंटल ਤੁਸੀਂ ਪ੍ਰੋਗਰਾਮਸ ਲਏ ਹੋਏ ਨੇ, ਤਾਂ ਉਸੇ ਲਾਈਨ ਦੇ ਵਿੱਚ ਹੀ ਅੱਗੇ ਸਪੈਸ਼ਲਾਈਜੇਸ਼ਨ ਲਓਗੇ। ਫੂਡ ਟੈਕਨੋਲੋਜੀ ਹੋ ਗਿਆ, এনवायरमेंटल ਟੈਕਨੋਲੋਜੀ ਹੋ ਗਿਆ, এনवायरमेंटल ਸਾਇੰਸ ਹੋ ਗਿਆ, ਠੀਕ ਹੈ, ਕੈਮੀਕਲ ਸਾਇੰਸ, ਜੋ ਮਤਲਬ ਫਿਜ਼ਿਕਸ ਕੈਮਿਸਟਰੀ ਮੈਥ ਹੋ ਗਿਆ ਜਾਂ ਬਾਇਓ ਤੁਹਾਡੇ ਕੋਲ ਹੈ, ਤਾਂ ਉਹਦੇ ਨਾਲ ਰੈਲੇਵੈਂਟ ਕੋਰਸਿਸ ਲਓਗੇ ਤਾਂ ਹੀ ਨਿਕਲੂਗਾ। ਹੈਲਥ ਕੇਅਰ ਐਡਮਿਨਿਸਟ੍ਰੇਸ਼ਨ ਐਵੇਂ ਦੇ ਪ੍ਰੋਗਰਾਮ ਆਪਾਂ ਨੇ ਨਹੀਂ ਲੈਣੇ। ਇਹ ਜਨਰਲੀ ਮੈਡੀਕਲ ਵਾਲਿਆਂ ਲਈ ਹੁੰਦੇ ਨੇ ਐਂਡ ਨਰਸਿਸ ਵਗੈਰਾ ਲਈ ਹੁੰਦੇ ਨੇ, ਤਾਂ ਤੁਸੀਂ ਇਹ ਪ੍ਰੋਗਰਾਮਸ ਨਹੀਂ ਲੈਣੇ। ਜੋ ਰੈਲੇਵੈਂਸੀ ਤੁਹਾਡੇ ਪ੍ਰੋਫਾਈਲ ਦੀ ਬਣ ਰਹੀ ਹੈ, ਜਿਹੜੇ ਸਬਜੈਕਟਸ ਤੁਹਾਡੇ ਤੁਸੀਂ ਪਹਿਲਾਂ ਕੀਤੇ ਹੋਏ ਨੇ, ਉਹਦੇ ਨਾਲ ਰਿਲੇਟ ਕਰਕੇ ਹੀ ਅੱਗੇ ਤੁਸੀਂ ਕੋਰਸ ਐਡਵਾਂਸ ਵਾਲਾ ਚੂਜ਼ ਕਰੋਗੇ ਤਾਂ ਵੀਜ਼ਾ ਤੁਹਾਡਾ ਨਿਕਲੇਗਾ। ਠੀਕ ਹੈ। ਸੋ ਨਟਸ਼ਲ ਸਾਰੀਆਂ ਚੀਜ਼ਾਂ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਇੱਕ ਵਾਰੀ ਫਿਰ ਤੋਂ। ਕੋਰਸ ਰਿਲੇਵੈਂਸੀ ਕਿੰਨਾ ਜ਼ਿਆਦਾ ਜ਼ਰੂਰੀ ਹੈਗਾ, ਕਿਹੜੀਆਂ ਗੱਲਾਂ ਧਿਆਨ ਰੱਖਣੀਆਂ ਚਾਹੀਦੀਆਂ ਨੇ? ਕੋਰਸ ਰੈਲੇਵੈਂਸੀ ਤੋਂ ਬਗੈਰ ਵੀਜ਼ਾ ਨਹੀਂ ਨਿਕਲ ਸਕਦਾ। ਬੱਚੇ ਕਹਿ ਦਿੰਦੇ ਨੇ ਕਿ ਹਾਂ ਮੇਰੇ ਫਲਾਣੇ ਦਾ ਇਸ ਕੋਰਸ ਵਿੱਚ ਆ ਗਿਆ ਸੀਗਾ, ਟਮਕਾਨੇ ਦਾ ਇਸ ਕੋਰਸ ਵਿੱਚ ਆ ਗਿਆ ਸੀਗਾ। ਉਹਦੇ ਵਿੱਚ ਅਗਰ 1000 ਫਾਈਲਾਂ ਲੱਗ ਰਹੀਆਂ ਨੇ, ਅਗਰ ਇੱਕ ਦਾ ਤੁੱਕਾ ਲੱਗ ਗਿਆ ਤਾਂ ਇਹ ਬਹੁਤ ਵੱਡੀ ਗੱਲ ਨਹੀਂ ਹੈਗੀ। ਬਟ ਅਗਰ ਉਹਨੇ ਗਲਤ ਪ੍ਰੋਫਾਈਲ ਚੂਜ਼ ਕਰਕੇ, ਗਲਤ ਕੋਰਸ ਚੂਜ਼ ਕਰਕੇ ਉਹਨੇ ਵੀਜ਼ਾ ਲੈ ਲਿਆ, ਇਟ ਡਸਨਟ ਮੀਨ ਉਹ ਸੇਮ ਚੀਜ਼ ਤੁਹਾਡੇ ਨਾਲ ਹੋਏਗੀ। ਤੇ ਫਿਰ ਆਪਾਂ ਕੀ ਕਰਾਂਗੇ ਕਿ ਉਹਦਾ ਉਸ ਗਲਤ ਕੋਰਸ ਵਿੱਚ ਚੂਜ਼ ਆ ਗਿਆ, ਕੋਈ ਇੱਕ ਕੋਰਸ ਪਪੂਲਰ ਕਰ ਦਿੰਦੇ ਨੇ ਬੱਚੇ ਕਿ ਅਰਲੀ ਚਾਈਲਡਹੁੱਡ ਵਿੱਚ ਜੀ ਉਹਦਾ ਆ ਗਿਆ, ਮੇਰਾ ਵੀ ਆ ਜਾਊਗਾ। ਇਹ ਨਹੀਂ ਹੁੰਦਾ, ਠੀਕ ਹੈ। ਤਾਂ ਵੀਜ਼ਾ ਆਫਿਸਰ ਉਸ ਵਕਤ ਕਿੱਦਾਂ ਦਾ ਸੀ, ਕੌਣ ਸੀਗਾ, ਉਹਦਾ ਮਾਈਂਡਸੈਟ ਕੀ ਸੀਗਾ, ਉਹਦੇ ਹਿਸਾਬ ਨਾਲ ਚੀਜ਼ਾਂ ਚੱਲਦੀਆਂ ਨੇ। ਬਟ ਕੋਰਸ ਰੈਲੇਵੈਂਸੀ ਤੋਂ ਬਗੈਰ ਤੁਸੀਂ ਵੀਜ਼ਾ ਐਕਸਪੈਕਟ ਨਹੀਂ ਕਰ ਸਕਦੇ ਵੀਜ਼ਾ ਆਫਿਸਰ ਤੋਂ। ਤਾਂ ਕੋਰਸ ਰੈਲੇਵੈਂਸੀ ਤੇ ਤੁਸੀਂ ਪੂਰੀ ਜਾਨ ਲਗਾਣੀ ਹੈ, ਸਮਝਣਾ ਹੈ ਆਪਣੇ ਕੰਸਲਟੈਂਟ ਤੋਂ ਕਿ ਮੇਰਾ ਪਾਰਟਿਕੂਲਰ ਕੋਰਸ ਕਿਸ ਬੇਸਿਸ ਤੇ ਚੂਜ਼ ਕੀਤਾ ਗਿਆ, ਕਿਆ ਮੈਂ ਉਹਦੇ ਲਈ ਐਲੀਜੀਬਲ ਸੀ ਜਾਂ ਨਹੀਂ ਸੀ। ਤਾਂ ਥੋੜਾ ਜਿਹਾ ਜਿਹੜਾ ਹੈਗਾ ਆ ਬੱਚਿਆਂ ਨੂੰ ਇੱਥੇ ਐਜੂਕੇਟ ਹੋਣਾ ਕਰਨਾ ਪਏਗਾ, ਆਪਣੇ ਆਪ ਨੂੰ ਕਰਨਾ ਪਏਗਾ, ਥੋੜਾ ਜਿਹਾ ਸਮਝਦਾਰ ਹੋਣਾ ਪਏਗਾ। ਐਂਡ ਉਸ ਤੋਂ ਇਲਾਵਾ ਸੈਕੰਡ ਜੋ ਆ ਜਾਂਦਾ ਹੈ ਐਸਓਪੀ ਬੈਕਬੋਨ ਹੈ। ਜੋ ਇੱਕ ਵਧੀਆ ਕੰਸਲਟੈਂਟ ਹੋਊਗਾ ਉਹ ਡੈਫੀਨਿਟਲੀ ਹੈਲਪ ਆਊਟ ਕਰੂਗਾ ਤੁਹਾਨੂੰ ਐਸਓਪੀ ਦਾ, ਕਿਉਂਕਿ ਫਸਟ ਆਪਾਂ ਨੇ ਕੋਰਸ ਸਿਲੈਕਸ਼ਨ ਅੱਛਾ ਕਰ ਲਿਆ, ਬਾਕੀ ਸਾਰੇ ਡਾਕੂਮੈਂਟਸ ਆਪਾਂ ਨੇ ਵਧੀਆ ਲਗਾ ਲਏ, ਸਭ ਕੁਝ ਵਧੀਆ ਹੋ ਗਿਆ। ਬਟ ਐਸਓਪੀ ਚ ਅਗਰ ਜਸਟੀਫਾਈ ਹੀ ਨਹੀਂ ਕਰ ਸਕੇ ਕਿ ਮੈਂ ਕੈਨੇਡਾ ਹੀ ਕਿਉਂ ਪਲਾਨ ਕਰ ਰਹੀ ਹਾਂ ਜਾਂ ਕਰ ਰਿਹਾ ਹਾਂ, ਤਾਂ ਅਲਟੀਮੇਟਲੀ ਉਹ ਚੀਜ਼ ਤੁਹਾਨੂੰ ਵੀਜ਼ਾ ਸਕਸੈਸ ਤੱਕ ਨਹੀਂ ਲੈ ਕੇ ਜਾਏਗੀ। ਰਾਈਟ। ਤਾਂ ਵੀਜ਼ਾ ਸਕਸੈਸ ਹਾਸਲ ਕਰਨ ਲਈ ਇਹ ਸਾਰੇ ਐਲੀਮੈਂਟਸ ਦਾ ਆਪਾਂ ਨੂੰ ਧਿਆਨ ਰੱਖਣਾ ਹੀ ਪਏਗਾ। ਰਾਈਟ। ਜਿੱਦਾਂ ਤੁਸੀਂ ਹੁਣੇ ਜ਼ਿਕਰ ਕੀਤਾ ਸੀ ਕਿ ਇਸ ਕੋਰਸ ਦੇ ਵਿੱਚ ਮੇਰੇ ਫਲਾਣੇ ਰਿਸ਼ਤੇਦਾਰ ਦਾ ਜਾਂ ਦੋਸਤ ਮਿੱਤਰ ਦਾ ਵੀਜ਼ਾ ਆ ਗਿਆ ਸੀ, ਪਹਿਲੀ ਗੱਲ ਅੰਡਰਲਾਈਨ ਕਰ ਲਓ ਸੀ। ਅੱਜ ਦਾ ਸਮਾਂ ਜਿਹੜਾ ਹੈ ਉਹ ਬਹੁਤ ਚੇਂਜ ਹੋ ਗਿਆ। ਕੰਪੀਟੀਸ਼ਨ ਸਮੇਂ ਟੂ ਸਮੇਂ ਡੇ ਬਾਈ ਡੇ ਵੱਧ ਰਿਹਾ ਵਾ। ਤੁਹਾਨੂੰ ਵੀ ਪਤਾ ਹੈ ਕਰੋਨਾ ਤੋਂ ਬਾਅਦ ਕਿੰਨੇ ਵੱਡੇ ਪੱਧਰ ਤੇ ਬੈਕਲੌਗਸ ਰਹੇ, ਕੰਪੀਟੀਸ਼ਨ ਕਿੰਨਾ ਵਧਿਆ। ਜਿੱਥੇ 100 ਸੀਟਾਂ ਨੇ ਉੱਥੇ 1000 ਫਾਈਲ ਨਹੀਂ ਹੈ, ਉੱਥੇ 5-5000 ਫਾਈਲ ਜਿਹੜੀ ਆ ਆਲਰੇਡੀ ਉੱਥੇ ਲੌਂਚ ਹੋ ਚੁੱਕੀ ਹੈ। ਤਾਂ ਕੰਪੀਟੀਸ਼ਨ ਹੈ, ਇਸ ਕਰਕੇ ਜਿੰਨਾ ਹੋ ਸਕੇ ਸਖਤੀ ਨਾਲ ਆਪਣੀ ਪ੍ਰੋਫਾਈਲ ਨੂੰ ਖੁਦ ਸਟੱਡੀ ਕਰੋ। ਫਿਰ ਐਕਸਪਰਟ ਐਡਵਾਈਸ ਲੈਣ ਲਈ ਤੁਸੀਂ ਸਪੇਅਰ ਹੈਡ ਨਾਲ ਰਾਬਤਾ ਕਾਇਮ ਕਰੋ। ਸੋ ਫਿਲਹਾਲ ਗੱਲਬਾਤ ਕਰਨ ਲਈ ਰੁਝੇਵੇਂ ਵਿੱਚ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਕਿੱਦਾਂ ਦੀ ਲੱਗੀ ਸਾਡੀ ਇਹ ਚਰਚਾ, ਤੁਸੀਂ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ। ਹੋਰ ਕੋਈ ਟੌਪਿਕ ਤੁਸੀਂ ਚਾਹੁੰਦੇ ਹੋ ਤੁਹਾਡੇ ਕਿਸੇ ਵਿਸ਼ੇ ਤੇ ਅਸੀਂ ਗੱਲਬਾਤ ਕਰੀਏ, ਉਹ ਵੀ ਤੁਸੀਂ ਕਮੈਂਟ ਕਰਕੇ ਜਾਂ ਫਿਰ ਕਾਲ ਕਰਕੇ ਸਾਨੂੰ ਆਪਣਾ ਟੌਪਿਕ ਨੋਟ ਕਰਵਾ ਸਕਦੇ ਹੋ। ਫਿਰ ਤੋਂ ਆਵਾਂਗੇ ਜੀ, ਧਿਆਨ ਰੱਖੋ। ਸਤਿ ਸ਼੍ਰੀ ਅਕਾਲ।